श्री वाहिगुरु जी। गुरु नानक पद पंकज बंदन पद पंकज बंदन सिमरो अंगद दुख गुर अमरदास हृदय नित त्यावो हृदय। श्री गुरु रामदास गुण गावो गुर अर्जन विघ्नन के नासक विघ्नन हर गोबिंद शुभ सुमत प्रकाश। श्री हर राय नमो कर जोरी नमो कर। श्री हर कृष्ण मनाय तेग बहादुर परम कृपाला जी परम श्री गुरु गोबिंद सिंह बेसाल तरो तरा पर पुन पुन सीसा जी पुन पुन सीसा। बंदा बार बार जगदीसा। एक अंकारा सतगुरु तेह प्रसाद सच होए। वाहिगुरु जी की फतेह है विघ्न विनाशन सोए। जिसमें अमृत ज्ञान है मानक भगत वैराग। गुरु ग्रंथ साहिब उधद बंदों कर अनुराग। गुरु ग्रंथ साहिब उधद बंदों कर अनुराग। सतनाम श्री वाहिगुरु साहिब जीओ। कबित बानी पुन सानी सुन सत गुरु अर्जन। होए कै हरख मन हुक्म बखानियो। दीजै पुंज ताने आवे वस्तु अनेक मन। कीजिए विशाल वै अतोटे आने आनेओ। मानुख असंख्य आवे भोजन जो मन पावे। खावे हर खावे करे पाक को महान्यो। कृत को मंगावो सर करा को खरीद लियावो। सुंदर गो तुम को पिसावो जो प्रमान्यो। वाहिगुरु जी का खालसा वाहिगुरु जी की फतेह। जुग हो जुग अटल चवर छतर तख्त के मालिक साहिब कमाल। धन धन श्री गुरु ग्रंथ साहिब सच्चे पातशाह महाराज जी दी पावन पवित्र हजूरी अंदर शरदा भाव प्रेम सहित जुड़ बैठी गुरु स्वरूप गुरु खालसा साध संगत जी। जिनके भाग बड़े हैं भाई तिन साधु संग मुख जुरे। बड़भागे हो
ਜੀਵਨ ਦੇ ਅਮੋਲਕ ਕੀਮਤੀ ਸਮੇਂ ਨੂੰ ਸਵਾਸਾਂ ਨੂੰ ਸਫਲ ਬਣਾਉਣ ਵਾਸਤੇ ਨੌਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਪਾਸ ਜੁੜ ਬੈਠੇ ਹੋ। ਸਤਿਗੁਰਾਂ ਦੀ ਅੰਮ੍ਰਿਤ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਉਪਰੰਤ ਲੜੀਵਾਰ ਗੁਰ ਇਤਿਹਾਸ ਦੀ ਕਥਾ ਸਰਵਣ ਕਰਨ ਵਾਸਤੇ ਗੁਰੂ ਪ੍ਰੇਮ ਮੰਦਰ ਭਿੱਜ ਬੈਠੇ ਹੋ। ਕੱਲ ਦੇ ਪ੍ਰਕਰਣਾਂ ਵਿੱਚ ਆਪ ਜੀ ਨੇ ਕਥਾ ਸਰਵਣ ਕੀਤੀ ਸੀ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਮੂਹ ਪਰਿਵਾਰ ਦੇ ਸਹਿਤ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ। ਸਾਰੀਆਂ ਸੰਗਤਾਂ ਨੇ ਗੁਰਦੇਵ ਦੇ ਦਰਸ਼ਨ ਕੀਤੇ। ਸਤਿਗੁਰੂ ਜੀ, ਮਾਤਾ ਗੰਗਾ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਨਾਲ ਲੈ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗਏ। ਅਰਦਾਸ ਕੀਤੀ, ਕੁਝ ਸਮਾਂ ਦਰਬਾਰ ਵਿੱਚ ਬਿਰਾਜਮਾਨ ਹੋਏ। ਤਿੰਨ ਪ੍ਰਕਰਮਾਂ ਕਰਕੇ ਉਪਰੰਤ ਸਤਿਗੁਰੂ ਜੀ ਵਾਪਸ ਮਹਿਲਾਂ ਵਿੱਚ ਆਏ। ਆਪਣੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਨੂੰ ਸਤਿਗੁਰੂ ਮਿਲਣ ਵਾਸਤੇ ਗਏ। ਉਹਨਾਂ ਦੀ ਵਡਿਆਈ ਮਹਾਰਾਜ ਨੇ ਰੱਖੀ ਕਿ ਉਹ ਵੱਡੇ ਨੇ। ਜਾਕਰ ਨਮਸਕਾਰ ਕੀਤੀ। ਮਾਤਾ ਗੰਗਾ ਜੀ ਆਪਣੀ ਜਠਾਣੀ ਬੀਬੀ ਕਰਮੋਂ ਨੂੰ ਮਿਲੇ। ਉਹਨਾਂ ਦੇ ਚਰਨਾਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਮਸਕਾਰ ਕਰਾਈ। ਛੇਵੇਂ ਪਾਤਸ਼ਾਹ ਦਾ ਸੁੰਦਰ ਲਿਲਾਰ ਮਸਤਕ ਵੇਖ ਕਰਕੇ ਬੀਬੀ ਕਰਮੋਂ ਦਾ ਹਿਰਦਾ ਅੰਦਰੋਂ ਸੜਬਲ ਗਿਆ। ਮੁਖ ਰਾਹੀਂ ਅਸੀਸ ਦਿੱਤੀ, ਚਿਰੰਜੀਵੀ ਹੋਵੋ, ਜੈਸੇ ਘੜੇ ਦੇ ਅੰਦਰ ਜ਼ਹਿਰ ਤੇ ਮੂੰਹ ਦੇ ਵਿੱਚ ਦੁੱਧ ਹੋਵੇ। ਮਨ ਦੇ ਵਿੱਚ ਕਪਟ ਸੀ, ਜ਼ਬਾਨ ਰਾਹੀਂ ਅਸੀਸ ਦਿੱਤੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਛੇਵੇਂ ਪਾਤਸ਼ਾਹ ਜੀ ਨੂੰ ਆਪਣੇ ਪਾਸ ਬੁਲਾ ਕਰਕੇ ਬਾਬੇ ਪ੍ਰਿਥੀ ਚੰਦ ਨੂੰ ਨਮਸਕਾਰ ਕਰਾਈ ਤੇ ਬਚਨ ਕਿਹਾ ਕਿ ਤੁਹਾਡੀ ਕਿਰਪਾ ਦੇ ਨਾਲ ਇਹ ਦਾਤ ਪ੍ਰਾਪਤ ਹੋਈ ਹੈ। ਬਾਬਾ ਜੀ ਅਸੀਸ ਦੇਵੋ, ਤੁਹਾਡਾ ਭਤੀਜਾ ਚਿਰੰਜੀਵੀ ਹੋਵੇ। ਜਿਸ ਬਾਬੇ ਪ੍ਰਿਥੀ ਚੰਦ ਨੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਮਾਰਨ ਦੇ ਯਤਨ ਕੀਤੇ, ਜਦੋਂ ਪਾਤਸ਼ਾਹ ਨੇ ਬਚਨ ਆਖਿਆ ਵੀ ਅਸੀਸ ਦਿਓ ਵੀ ਇਹ ਚਿਰੰਜੀਵੀ ਹੋਵੇ, ਤੇ ਹਿਰਦਾ ਅੰਦਰੋਂ ਜਿਹੜਾ ਉਹ ਟੋਟੇ ਟੋਟੇ ਹੋ ਗਿਆ। ਮੋਰ ਵਾਲੀ ਦਸ਼ਾ, ਜੈਸੇ ਮੋਰ ਉਹਦੀ ਕੂਕ ਸੁੰਦਰ ਹੁੰਦੀ ਹੈ ਪਰ ਕੀੜੇ ਮਕੋੜੇ ਖਾਂਦਾ ਹੈ, ਐਸੀ ਦਸ਼ਾ ਸੀ ਪ੍ਰਿਥੀ ਚੰਦ ਦੀ। ਮਨ ਵਿੱਚ ਕਪਟ ਛਲ ਰੱਖਿਆ ਪਰ ਮੂੰਹ ਰਾਹੀਂ ਆਖਿਆ ਕਿ ਚਿਰੰਜੀਵੀ ਹੋਵੇ। ਕੁਝ ਸਮਾਂ ਬਾਬਾ ਪ੍ਰਿਥੀ ਚੰਦ ਕੋਲ ਬੈਠਣ ਤੋਂ ਉਪਰੰਤ ਮਹਾਰਾਜ ਜੀ ਬਾਬਾ ਮਾਨਦੇਵ ਜੀ ਦੇ ਪਾਸ ਗਏ। ਉਹਨਾਂ ਨੇ ਛੇਵੇਂ ਪਾਤਸ਼ਾਹ ਨੂੰ ਬੜਾ ਪਿਆਰ ਕੀਤਾ, ਗੋਦ ਵਿੱਚ ਲਿਆ, ਸੀਸਾਂ ਦਿੱਤੀਆਂ। ਬਲੀਦੇ ਹੋਵੋਗੇ, ਚਿਰੰਜੀਵੀ ਹੋਵੋਗੇ। ਉਪਰੰਤ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਮਹਿਲਾਂ ਵਿੱਚ ਆਏ तो माता गंगा जी ने बेनती की एक दिन पातशाह के चरणों विच कि सतगुरु गुरु हरगोबिंद साहब जी 3 साल दे हो गए ने, महाराज कोई बड़ा भारी यज्ञ करो। गुरु अर्जन देव जी महाराज सच्चे पातशाह ने उन्होंने बेनती सरवण की। आओ अगले प्रकरण सरवण करिए। मन बिरतियां सतगुरु साहिब जी दे पावन चरणा कबलां पास जोड़न वास्ते समूह गुर सिख संगतां नानक गुरमुख नाम जपिए एक बार। जिस परमेश्वर दे नाम दे तुल होर कुछ नहीं, नाम तुल का शबर न होए, नानक गुरमुख नाम पावै जान कोय।
ਪਿਆਰ ਨਾਲ ਸਾਰੀਆਂ ਸੰਗਤਾਂ ਰਸਨਾ ਪਵਿੱਤਰ ਕਰੋ। ਜਪੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਬਾਨੀ ਪੁੰਨ ਸਾਨੀ ਸੁਨ ਸਤ ਗੁਰੂ ਅਰਜਨ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਤਾ ਗੰਗਾ ਜੀ ਦੇ ਬਚਨ ਜੋ ਪੁੰਨਾਂ ਨਾਲ ਮਿਲੇ ਹੋਏ ਨੇ, ਉਹਨਾਂ ਬਚਨਾਂ ਨੂੰ ਸਰਵਣ ਕੀਤਾ। ਹੋਇ ਕੈ ਹਰਖ ਮਨ ਹੁਕਮ ਬਖਾਨਿਓ। ਪ੍ਰਸੰਨ ਹੋ ਕੇ ਖੁਸ਼ ਹੋ ਕਰਕੇ ਸਤਿਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਸੇਵਕਾਂ ਨੂੰ। ਦੀਜੈ ਪੁੰਜ ਤਨ ਆਵੇ ਵਸਤੂ ਅਨੇਕ ਮਨ। ਗੁਰਦੇਵ ਕਹਿੰਦੇ ਬਹੁਤਾ ਧਨ ਦੇ ਦਿਓ, ਖਰੀਦਦਾਰੀ ਕੀਤੀ ਜਾਵੇ, ਬਹੁਤੇ ਧਨ ਦੇ ਨਾਲ ਬੇਅੰਤ ਵਸਤੂਆਂ ਰਸਤਾਂ ਆਦਿਕ ਖਰੀਦੀਆਂ ਜਾਵਣ। ਕੀਜੀਏ ਵਿਸਾਲ ਵੈ ਅਤੋਟ ਆਨੇ ਆਨਿਓ। ਸੋ ਬਹੁਤ ਸਾਰੀਆਂ ਵਸਤੂਆਂ ਇਕੱਤਰ ਕਰ ਲਓ, ਅਤੋਟ ਜਿਹੜਾ ਅੰਨ ਅਨਾਜ ਹੈ ਉਹ ਖਰੀਦ ਕੇ ਲੈ ਕੇ ਆਵੋ। ਮਾਨੁਖ ਅਸੰਖ ਆਵੇਂ ਭੋਜਨ ਜੋ ਮਨ ਭਾਵੇ। ਕਿਉਂਕਿ ਇਸ ਜਗ ਅੰਦਰ ਬ੍ਰਹਮ ਭੋਜ ਦੇ ਅੰਦਰ ਅਸੰਖੀ ਮਨੁੱਖ ਲੋਕ ਆਵਣਗੇ ਲੰਗਰ ਛਕਣ ਵਾਸਤੇ, ਤੇ ਮਨ ਭਾਵਦਾ ਉਹ ਭੋਜਨ ਛਕਣਗੇ। ਖਾਵੇ ਹਰ ਖਾਵੇ ਕਰੇ ਪਾਕ ਕੋ ਮਹਾਨਿਓ। ਇਸ ਤਰ੍ਹਾਂ ਮਹਾਨ ਰਸੋਈ ਤਿਆਰ ਕੀਤੀ ਜਾਵੇ, ਬੇਅੰਤ ਸੰਗਤਾਂ ਆਵਣਗੀਆਂ, ਲੰਗਰ ਛਕ ਕੇ ਉਹ ਪ੍ਰਸੰਨ ਬਣਗੇ। ਕ੍ਰਿਤ ਕੋ ਮੰਗਾਓ ਸਰ ਕਰਾ ਕੋ ਖਰੀਦ ਲਿਆਵੋ। ਘਿਓ ਦੀ ਖਰੀਦਦਾਰੀ ਕਰੋ, ਖੰਡ ਆਦਿਕ ਜਿਹੜੀ ਉਹ ਮੰਗਵਾ ਲਵੋ। ਸੁੰਦਰ ਗੋ ਧੂਮ ਕੋ ਪਿਸਾਵੋ ਜੋ ਪਰਮਾਨਿਓ। ਪਰ ਜਿਹੜੀ ਸੋਹਣੀ ਕਣਕ ਹੈ ਉਸ ਕਣਕ ਨੂੰ ਮੰਗਵਾ ਕੇ ਚੰਗੀ ਤਰ੍ਹਾਂ ਪਿਸਾ ਕੇ ਤੇ ਆਟਾ ਉਹਦਾ ਤਿਆਰ ਕਰ ਲਵੋ। ਦਾਸਨ ਦਰਬ ਦੇ ਵਸਤੂ ਮੰਗਾਈ ਸਭ। ਇਸ ਤਰ੍ਹਾਂ ਦਾਸਾਂ ਨੂੰ ਮਾਇਆ ਦੇ ਕਰਕੇ ਸਤਿਗੁਰੂ ਸਾਹਿਬ ਜੀ ਨੇ ਸਾਰੀਆਂ ਲੰਗਰ ਵਾਸਤੇ ਜਿਹੜੀਆਂ ਵਸਤੂਆਂ ਚਾਹੀਦੀਆਂ ਸਨ ਉਹ ਮੰਗਵਾ ਲਈਆਂ। ਤਰੇ ਹੈ ਕਰਾਏ ਬੋਕੀਨ ਪਕਵਾਨ ਕੋ। ਵੱਡੇ ਵੱਡੇ ਕੜਾਏ ਵਲਟੋਏ ਰੱਖ ਦਿੱਤੇ, ਸੰਗਤਾਂ ਵਾਸਤੇ ਗੁਰੂ ਕੇ ਲੰਗਰ ਤਿਆਰ ਕੀਤੇ ਹਨ। ਕਰਿਓ ਹੈ ਕਰਾਓ ਪੂਪ ਪੂਰ ਕਾ ਕਚੋਰੀ ਬੋ। ਕੜਾ ਤਿਆਰ ਕੀਤਾ, ਇਸੇ ਤਰ੍ਹਾਂ ਪੂੜੀਆਂ ਜਿਹੜੀਆਂ ਹਨ ਉਹ ਤਿਆਰ ਕੀਤੀਆਂ, ਕਚੋਰੀਆਂ ਆਦਿਕ ਬਣਾਈਆਂ ਹਨ। ਮੋਦਕ ਬਣਾਏ ਜਿਉ ਮੋਦਕ ਮਹਾਨ ਕੋ। ਜਿਹੜੇ ਮੋਦਕ ਲੱਡੂ ਤਿਆਰ ਕੀਤੇ, ਜਿਹੜੇ ਲੱਡੂ ਆਨੰਦ ਦੇਣ ਵਾਲੇ ਹਨ। ਮੇਵੇ ਸੋ ਅਮੇਜ਼ ਕਰ ਰਾਇਤਾ ਸਲੋਨ ਵੱਡੋ। ਕਈ ਪ੍ਰਕਾਰ ਦੇ ਮੇਵੇ ਜਿਹੜੇ ਮੇਲ ਕਰਕੇ ਛਕਣ ਵਾਸਤੇ ਰਾਇਤਾ ਆਦਿਕ ਜਿਹੜਾ ਉਹ ਤਿਆਰ ਕੀਤਾ ਹੈ ਜੋ ਸਲੂਣਾ ਹੈ। ਮੂਲਕਾ ਬ੍ਰਿੰਦਾਰ ਕ੍ਰਿਦਾਏ ਸੰਗ ਖਾਨ ਕੋ। ਇਸੇ ਪ੍ਰਕਾਰ ਮੂਲੀਆਂ, ਫਿਰ ਨਾਲ ਜਿਹੜੇ ਬਤਾਉ ਬੈਂਗਣ ਹੁੰਦੇ ਨੇ ਉਹਨਾਂ ਦੀ ਸਬਜ਼ੀ ਚੰਗੀ ਤਰ੍ਹਾਂ ਰਿੰਨੀ ਗਈ ਉਹ ਤਿਆਰ ਕੀਤੀ ਹੈ। ਭੋਜਨ ਕੋ ਕੋਸ਼ਟ ਪਰ ਆਇਓ ਪਾਂਤ ਪਾਂਤ ਕਰ। ਭਾਂਤ ਭਾਂਤ ਦੇ ਪਕਵਾਨ, ਲੰਗਰ, ਸਬਜ਼ੀਆਂ, ਭਾਜੀਆਂ ਤਿਆਰ ਕਰ ਕਰਕੇ ਕੋਠਾ ਜਿਹੜਾ ਭਰ ਕੇ ਰੱਖ ਲਿਆ। ਸਿੱਖ ਕੋ ਬਿਠਾਇਓ ਕਰੇ ਜਪ ਜੀ ਬਖਾਨ ਕੋ। ਮਹਾਰਾਜ ਨੇ ਗੁਰੂ ਕੇ ਸਿੱਖ ਨੂੰ ਬਿਠਾ ਦਿੱਤਾ, ਬਹਿ ਕੇ ਜਪਜੀ ਸਾਹਿਬ ਦਾ ਪਾਠ ਕਰੋ, ਕਿਉਂਕਿ ਉੱਥੇ ਬਰਕਤ ਹੈ ਜਿੱਥੇ ਬਾਣੀ ਹੈ। ਜਿੱਥੇ ਬਾਣੀ ਨਾ ਹੋਵੇ ਉੱਥੇ ਬਰਕਤ ਕਦੇ ਨਹੀਂ ਪੈਂਦੀ। ਜਿੱਥੇ ਬਾਣੀ ਦਾ ਪ੍ਰਤਾਪ ਰਹੇ ਉੱਥੇ ਹਮੇਸ਼ਾ ਬਰਕਤ ਰਹਿੰਦੀ ਹੈ। ਗੁਰੂ ਕਾ ਲੰਗਰ ਆਪਾਂ ਕਹਿੰਦੇ ਆ ਵੀ ਅਟੁੱਟ ਵਰਤੇਗਾ, ਯਾਨੀ ਘਟੇਗਾ ਨਹੀਂ। ਕਿਉਂ ਅਟੁੱਟ ਵਰਤੇਗਾ? ਕਿਉਂਕਿ ਉਸ ਲੰਗਰ ਨੂੰ ਬਣਾਉਣ ਵੇਲੇ ਗੁਰੂ ਕੇ ਪਿਆਰੇ ਬਾਣੀ ਪੜ੍ਹਦੇ ਨੇ, ਅਰਦਾਸਾਂ ਕਰਦੇ ਨੇ, ਤੇ ਜਿੱਥੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦਾ ਪ੍ਰਤਾਪ ਹੋਵੇ ਉੱਥੇ ਫਿਰ ਲੰਗਰ ਅਟੁੱਟ ਹੀ ਹੁੰਦਾ, ਫਿਰ ਉਹ ਘਟਦਾ ਨਹੀਂ। ਘਾਟਾ ਉੱਥੇ ਹੁੰਦਾ ਜਿਸ ਜਗ੍ਹਾ ਤੇ ਮਨ ਸਾਡਾ ਘੱਟ ਹੋਵੇ। ਜਦੋਂ ਥੋੜਾ ਥੋੜਾ ਆਖੀ ਜਾਂਦੇ ਆ ਨਾ ਫਿਰ ਘਾਟਾ ਪੈਂਦਾ ਜ਼ਿੰਦਗੀ ਵਿੱਚ। ਜਦੋਂ ਬਹੁਤਾ ਕਹੀ ਜਾਂਦੇ ਆ, ਬਹੁਤਾ ਕਹੀਏ ਬਹੁਤਾ ਹੋਏ, ਬਹੁਤਾ ਕਹਿਣਾ ਸ਼ੁਰੂ ਕਰ ਦਿਓ, ਮਹਾਰਾਜ ਸ਼ੁਕਰ ਹੈ ਬੜਾ ਕੁਝ ਦਿੱਤਾ ਹੈ, ਬਹੁਤ ਕੁਝ ਦਿੱਤਾ ਹੈ। ਆਪਾਂ ਉਹਨਾਂ ਵੱਲ ਝਾਤੀ ਮਾਰੀਏ ਜੋ ਸਾਡੇ ਤੋਂ ਪਿੱਛੇ ਨੇ। ਅਰਥਾਤ ਜਿਵੇਂ ਸ਼ੇਖ ਸਾਦੀ ਸਾਹਿਬ, ਉਹ ਜਦੋਂ
ਜਾਣਾ ਉਹਨਾਂ ਨੇ ਤੇ ਵੇਖਣਾ ਵੀ ਕਿਸੇ ਨੂੰ ਊਂਠ ਦਿੱਤਾ ਹੋਇਆ ਚੜ੍ਹਨ ਵਾਸਤੇ, ਕਿਸੇ ਕੋਲ ਘੋੜਾ ਹੈ। ਖੁਦਾ ਮੈਨੂੰ ਜੁੱਤੀ ਦੇ ਦਿੰਦਾ ਇੱਕ ਪਾਣ ਨੂੰ, ਤੇਰਾ ਕੁਝ ਘਟ ਚੱਲਿਆ ਸੀ। ਬਚਪਨ ਵਿੱਚ ਮਾਤਾ ਪਿਤਾ ਖੋਹ ਲਏ। ਇੱਕ ਦਿਨ ਕਲਾ ਵਰਤ ਗਈ, ਜਦੋਂ ਪਹੁੰਚੇ ਨਾ ਮਸਜਿਦ ਦੇ ਕੋਲ ਇੱਕ ਪਿੰਗਲਾ ਪੌੜੀਆਂ ਚੜ੍ਹ ਰਿਹਾ ਸੀ। ਕਹਿੰਦੇ ਸ਼ੁਕਰ ਹੈ ਤੇਰਾ, ਘੱਟੋ ਘੱਟ ਪੈਰ ਤਾਂ ਦਿੱਤੇ ਨੇ ਨਾ, ਜੇ ਪੈਰ ਨਾ ਦਿੰਦਾ ਤੇ ਮੈਂ ਜੁੱਤੀ ਕਿੱਥੇ ਪਾਉਂਦਾ। ਇਹ ਸੁਭਾਵਕ ਹੈ ਨਾ ਜੀ, ਜਿਹੜੀ ਚੀਜ਼ ਕੋਲ ਆਪਣੇ ਹੁੰਦੀ ਹੈ ਨਾ ਉਹਦੇ ਵੱਲ ਨਹੀਂ ਧਿਆਨ ਦਿੰਦੇ। ਮੈਨੂੰ ਜੀ ਉਹ ਫਲਾਣੀ ਚੀਜ਼ ਨਹੀਂ ਮਿਲੀ। ਫਿਰ ਗੁਰਦੇਵ ਕਹਿੰਦੇ 10 ਵਸਤੂ ਲੈ ਪਾਛੈ ਪਾਵੈ, ਏਕ ਬਸਤ ਕਾਰਨ ਬਿਖੋਟ ਗਵਾਵੈ। ਏਕ ਭੀ ਨਾ ਦੇ 10 ਭੀ ਹਿਰ ਲੈ, ਤਉ ਮੂੜਾ ਕਹੋ ਕਹਾ ਕਰੇ। ਜਿਸ ਠਾਕੁਰ ਸਿਓ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ। ਸ਼ੁਕਰਾਨਾ ਕਰੀਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ। ਪਾਤਸ਼ਾਹ ਤੁਸੀਂ ਬੜੀ ਦਇਆ ਕੀਤੀ, ਬਹੁਤ ਕੁਝ ਦੇ ਕੇ ਸਾਨੂੰ ਗਰੀਬਾਂ ਨੂੰ ਨਿਵਾਜਿਆ ਹੈ। ਤੁਹਾਡੀਆਂ ਬੜੀਆਂ ਰਹਿਮਤਾਂ ਨੇ। ਜਦੋਂ ਫਿਰ ਗੁਰੂ ਚੇਤੇ ਆਉਂਦਾ ਬਰਕਤਾਂ ਆਪੇ ਪੈਂਦੀਆਂ ਨੇ। ਜਿੱਥੇ ਬਾਣੀ ਦਾ ਪ੍ਰਤਾਪ ਹੋਵੇ ਉੱਥੇ ਹਮੇਸ਼ਾ ਹੀ ਬਰਕਤ ਰਹਿੰਦੀ। ਤੇ ਜਪਜੀ ਸਾਹਿਬ ਤਾਂ ਸਿੱਖ ਦੇ ਜੀਵਨ ਦਾ ਮੁੱਢ ਮੂਲ ਹੈ। ਜਪਜੀ ਸਾਹਿਬ ਤੋਂ ਬਿਨਾਂ ਮਾਨੋ ਵੀ ਜੈਸੇ ਸਿੱਖ ਹੀ ਨਹੀਂ। ਜੈਸੇ ਦਰਖਤ ਹੈ ਨਾ ਜੀ, ਦਰਖਤ ਦੀ ਜੜ ਹੈ ਤੇ ਦਰਖਤ ਹੈ। ਸਿੱਖੀ ਦਾ ਦਰਖਤ ਉਥੇ ਝੂਲਦਾ ਜਿੱਥੇ ਜਪਜੀ ਸਾਹਿਬ ਦਾ ਮੂਲ ਹੋਵੇ। ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰੇ, ਕੁਝ ਛਕਣ ਤੋਂ ਪਹਿਲਾਂ ਘੱਟੋ ਘੱਟ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰੇ, ਆਪਣਾ ਨਿਤਨੇਮ ਕਰੇ, ਬਾਣੀ ਪੜ੍ਹੇ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿਸ ਕੋਠੇ ਵਿੱਚ ਗੁਰੂ ਕਾ ਲੰਗਰ ਤਿਆਰ ਕਰਕੇ ਰੱਖਿਆ ਸੀ, ਸਿੱਖ ਬਿਠਾਇਆ ਕਿ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰੋ, ਇੱਥੇ ਬਹਿ ਕੇ ਬਾਣੀ ਪੜੋ। ਪ੍ਰੀਤੀਆ ਸੋ ਪ੍ਰਥਮ ਹਕਾਰਿਓ ਸਨਮਾਨ ਸਾਥ। ਸਨਮਾਨ ਦੇ ਸਹਿਤ ਮਹਾਰਾਜ ਨੇ ਆਪਣੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਜੀ ਨੂੰ ਕੋਲ ਬੁਲਾਇਆ ਹੈ। ਕਰਮ ਬੁਲਾਈ ਸੰਗ ਦਾਸੀ ਚੱਲ ਆਈ ਹੈ। ਬੀਬੀ ਕਰਮੋ ਨੂੰ ਬੁਲਾਇਆ, ਉਹ ਵੀ ਆਪਣੀਆਂ ਦਾਸੀਆਂ ਦੇ ਨਾਲ ਚੱਲ ਕੇ ਆਈ। ਮਹਾਦੇਵ ਮਹਾਮੂਦ ਰਿੱਧ ਕਰ ਆਇਓ ਆਪ। ਬਾਬਾ ਮਹਾਦੇਵ ਜੀ ਨੂੰ ਜਦੋਂ ਪਤਾ ਲੱਗਿਆ, ਹਿਰਦੇ ਦੇ ਵਿੱਚ ਪ੍ਰਸੰਨਤਾ ਖੁਸ਼ੀ ਧਾਰਨ ਕਰਕੇ ਆਪ ਚੱਲ ਕੇ ਆਏ। ਔਰ ਸਿੱਖ ਸੰਗਤਾਂ ਮਿਲੀ ਜੋ ਸਮੁਦਾਈ ਹੈ। ਇਸ ਤੋਂ ਇਲਾਵਾ ਹੋਰ ਵੀ ਗੁਰੂ ਕੀਆਂ ਸਿੱਖ ਸੰਗਤਾਂ ਜਿੱਥੋਂ ਜਿੱਥੋਂ ਤਾਈਂ ਖਬਰ ਪਹੁੰਚੀ, ਮਹਾਰਾਜ ਸੱਚੇ ਪਾਤਸ਼ਾਹ ਦੇ ਗ੍ਰਹਿ ਵਿਖੇ ਧੰਨ ਗੁਰੂ ਅਰਜਨ ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਸੰਗਤਾਂ ਪਹੁੰਚੀਆਂ ਹਨ। ਵਿਪਰ ਆਏ ਬ੍ਰਿੰਦ ਮਿਲ ਸੁਨ ਸੁਨ ਗ੍ਰਾਮਨ ਤੇ। ਬਹੁਤ ਸਾਰੇ ਜਿਹੜੇ ਵਿਪਰ ਸਨ, ਲੋੜਵੰਦ ਸਨ, ਅਨੇਕਾਂ ਨਗਰਾਂ ਦੇ ਵਿੱਚ ਜੋ ਰਹਿੰਦੇ ਸਨ, ਜਿਉਂ-ਜਿਉਂ ਉਹਨਾਂ ਨੂੰ ਖਬਰ ਪ੍ਰਾਪਤ ਹੋਈ ਉਹ ਚੱਲ ਕੇ ਆਏ। ਰੰਗ ਪਏ ਅਨਗਨ ਪੰਕਤ ਬਿਠਾਈ ਹੈ। ਅਨੇਕਾਂ ਹੀ ਜਿਹੜੇ ਰੰਕ ਸਨ, ਕੰਗਾਲ ਸਨ, ਉਹ ਇਕੱਤਰ ਹੋ ਗਏ। ਸਾਰਿਆਂ ਦੀ ਪੰਗਤ ਬਿਠਾਈ ਗਈ। ਲਗੇ ਹੈ ਪਰੋਸਨ ਅਸਨ ਕੋ ਅਨੇਕ ਨਰ। ਅਨੇਕਾਂ ਹੀ ਗੁਰੂ ਕੇ ਸਿੱਖ ਲੰਗਰ ਲੈ ਕਰਕੇ ਸੰਗਤ ਨੂੰ ਪਰੋਸਣ ਲੱਗੇ ਹਨ। ਲੇਹ ਦੇਹ ਬਾਨੀ ਤੇ ਆਨਨ ਅਲਾਈ ਹੈ। ਬੜੇ ਪਿਆਰ ਦੇ ਨਾਲ ਕਹਿੰਦੇ ਜੀ ਆ ਫਲਾਣਾ ਪਕਵਾਨ ਲੈ ਲਓ, ਆਹ ਵਸਤੂ ਲੈ ਲਓ, ਇਹ ਵਸਤੂ ਜਿਹੜੀ ਦੇ ਦਿਓ। ਇਸ ਤਰ੍ਹਾਂ ਸਾਰੀ ਸੰਗਤ ਦੇ ਵਿੱਚ ਜਿਹੜੇ ਵਰਤਾਵੇ ਸਿੱਖ ਨੇ, ਸਾਰੀ ਸੰਗਤ ਨੂੰ ਲੰਗਰ ਵਰਤਾਉਂਦੇ ਹਨ। ਜਿਤਨੋ ਅਸਨ ਖਾਏ ਨਰ ਤ੍ਰਿਪਤਾਏ ਰਹੇ। ਜਿੰਨਾ ਕੁ ਭੋਜਨ ਛਕ ਕੇ ਇੱਕ ਮਨੁੱਖ ਤ੍ਰਿਪਤ ਹੋ ਜਾਂਦਾ ਹੈ। ਇੱਕ ਬਾਰ ਤੇਤਨੋ ਪਰੋਸਿਓ ਹੈ ਬਣਾਏ ਕਰ। ਇੱਕੋ ਵਾਰੀ ਉਹਨਾਂ ਭੋਜਨ ਜਿਹੜਾ ਉਹ ਥਾਲ ਦੇ ਵਿੱਚ ਪਰੋਸ ਦਿੰਦੇ ਹਨ। ਕਉ ਦੇ ਮੋਦਿਕਾ ਸੋ ਪੂਰ ਕਾ ਕਰਾਹ ਦੇਤ। ਇਕੜਾ ਵਰਤਾਉਂਦਾ, ਕੋਈ ਪੂੜੇ ਪੂਰੀਆਂ ਆਦਿਕ ਜਿਹੜੀਆਂ ਵਰਤਾ ਰਿਹਾ, ਕੋਈ ਲੱਡੂ ਵਰਤਾ ਰਿਹਾ ਹੈ। ਊਪ ਸੋ ਕਚੋਰੀ ਖਾਏ ਰਹੇ ਤ੍ਰਿਪਤਾਏ ਕਰ। ਇਸੇ ਪ੍ਰਕਾਰ ਕੋਈ ਕਚੋਰੀਆਂ ਆਦਿਕ ਛਕ ਕੇ ਤ੍ਰਿਪਤ ਹੋ ਗਿਆ, ਕਿਸੇ ਨੇ ਪੂੜੇ ਛਕੇ ਹਨ। ਤਦ ਸੋ ਪਕੌੜੀ ਬਾਰੇ ਜੀਰਤ ਮਿਰਚ ਪਾਏ। ਇਸੇ ਪ੍ਰਕਾਰ ਜਿਹੜੀ ਦਹੀਂ ਸੀ ਉਹਦੇ ਵਿੱਚ ਪਕੌੜੀਆਂ, ਜੀਰਾ ਤੇ ਮਿਰਚਾਂ ਆਦਿਕ ਪਾ ਕੇ ਬੜਾ ਸਵਾਦਿਸ਼ਟ ਰਾਇਤਾ ਤਿਆਰ
ਕੀਤਾ ਹੈ। ਧਨੀਆ ਲਵਨ ਪਰੋਸੀ ਹੈ ਮਿਲਾਏ ਕਰ। ਉਹਦੇ ਵਿੱਚ ਧਨੀਆ ਤੇ ਲੂਣ ਆਦਿਕ ਮਿਲਾ ਕਰਕੇ ਦਹੀਂ ਜਿਹੜੀ ਆ ਉਹ ਪਰੋਸੀ ਹੈ। ਸਾਧ ਕੋ ਸਰਾਹੇ ਅਹਲਾਦਤ ਉਮਾਹੇ ਮਨ। ਲੰਗਰ ਛਕ ਕਰਕੇ ਸਾਰੇ ਜਾਣੇ ਉਸ ਲੰਗਰ ਦੇ ਸਵਾਦ ਨੂੰ ਸਲਾਹੁੰਦੇ ਨੇ ਵੀ ਬੜਾ ਸੁੰਦਰ ਬੜਾ ਸਵਾਦਿਸ਼ਟ ਲੰਗਰ ਤਿਆਰ ਹੋਇਆ ਹੈ। ਨਾਲੇ ਛਕਦੇ ਨੇ ਤੇ ਨਾਲੇ ਵਡਿਆਈ ਕਰਦੇ ਹਨ। ਤ੍ਰਿਪਤ ਵੈ ਚਾਹੇ ਖਾਨ ਰਹੇ ਬਿਸਮਾਏ ਕਰ। ਜਿਤਨੀ ਕਿ ਕਿਸੇ ਦੀ ਖਾਣ ਦੀ ਚਾਹਨਾ ਸੀ ਉਹਨਾਂ ਕ ਲੰਗਰ ਛਕ ਕਰਕੇ ਉਹ ਤ੍ਰਿਪਤ ਹੋ ਗਏ ਤੇ ਮਨ ਅੰਦਰ ਬੜਾ ਭਾਰੀ ਉਤਸ਼ਾਹ ਪੈਦਾ ਹੋਇਆ। ਲੰਗਰ ਛਕ ਛਕ ਕੇ ਬਿਸਮਾਦ ਹੋ ਗਏ ਹਨ ਵੀ ਇਹੋ ਜਿਹਾ ਰਸ ਇਹੋ ਜਿਹਾ ਆਨੰਦ ਦੁਨੀਆ ਦੇ ਪਦਾਰਥਾਂ ਵਿੱਚੋਂ ਪ੍ਰਾਪਤ ਨਹੀਂ ਹੁੰਦਾ ਜੈਸਾ ਆਨੰਦ ਗੁਰੂ ਕੇ ਲੰਗਰਾਂ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਰੰਕਨ ਕੋ ਭੋਜਨ ਦਿਓ ਹੈ ਤ੍ਰਿਪਤਾਏ ਕਰ। ਲੋੜਵੰਦਾਂ ਨੂੰ ਲੰਗਰ ਛਕਾ ਕੇ ਭੋਜਨ ਦੇ ਕਰਕੇ ਉਹਨਾਂ ਨੂੰ ਤ੍ਰਿਪਤ ਕਰ ਦਿੱਤਾ ਹੈ। ਜਾਚਿਤ ਜਿਤਕ ਦੇਤ ਸਭਨ ਹਕਾਰ ਕਰ। ਜਿਤਨਾ ਕੋ ਕੋਈ ਭੋਜਨ ਚਾਹੁੰਦਾ ਮੰਗਦਾ ਬੁਲਾ ਕਰਕੇ ਉਤਨਾ ਹੀ ਭੋਜਨ ਉਹਨਾਂ ਨੂੰ ਛਕਾ ਦਿੰਦੇ ਹਨ। ਖਾਵਤ ਆਗਾਵੇਂ ਬੋ ਆਸ਼ਿਖ ਅਲਾਵੇਂ ਗਨ। ਲੰਗਰ ਛਕ ਕਰਕੇ ਰੱਜ ਜਾਂਦੇ ਤੇ ਅਸੀਸਾਂ ਦਿੰਦੇ ਹਨ। ਸ਼੍ਰੀ ਹਰਗੋਬਿੰਦ ਜੀਵੋ ਜਗ ਜੁਗ ਚਾਰ ਕਰ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ 4 ਯੁਗਾਂ ਤੱਕ ਜੀਵੋ। ਆਪ ਜੀ ਦੀ ਆਯੂ ਆਪ ਜੀ ਦੀ ਉਮਰਾ ਜਿਹੜੀ ਉਹ ਬਹੁਤੀ ਲੰਮੇਰੀ ਹੋਵੇ ਚਿਰੰਜੀਵੀ ਹੋਵੋ। ਤਬ ਗੁਰੂ ਅਰਜਨ ਮਨ ਕੇ ਉਧਾਰ ਮਹਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਤੋਂ ਵੱਡਾ ਦਾਨੀ ਕੋਈ ਨਹੀਂ। ਜਿੱਥੇ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰਦੇ ਨੇ ਸੰਸਾਰ ਦੇ ਸੁੱਖ ਦਿੰਦੇ ਨੇ ਨਾਮ ਦੀ ਦਾਤ ਦਿੰਦੇ ਨੇ ਉਥੇ ਦੁਨਿਆਵੀ ਦਾਨ ਦਸ਼ਨਾ ਵੀ ਮਹਾਰਾਜ ਉਸੇ ਪ੍ਰਕਾਰ ਹੀ ਦਿੰਦੇ ਕਿਉਂਕਿ ਦੇਣ ਦੀ ਜਿਹਦੀ ਬਿਰਤੀ ਹੋਵੇ ਉਹੀ ਕੋਈ ਕੁਝ ਵੰਡੇਗਾ। ਜਿਹਦੀ ਬਿਰਤੀ ਕੁਝ ਦੇਣ ਦੀ ਹੈ ਹੀ ਨਹੀਂ ਉਹ ਕੀ ਵੰਡੇਗਾ। ਸੂਮ ਜਿਹੜਾ ਕਿਸੇ ਨੂੰ ਕੁਝ ਨਹੀਂ ਦੇਵੇਗਾ। ਦੂਸਰਾ ਜਿਹਦੇ ਕੋਲ ਕੁਝ ਹੈ ਉਹੀ ਦੂਜੇ ਨੂੰ ਕੁਝ ਦੇ ਸਕਦਾ। ਮਨ ਕਰਕੇ ਦਾਨੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਮਨ ਦੇ ਵਿੱਚ ਵਿਚਾਰ ਕੀਤੀ ਦਾਨ ਦੇਣ ਵਾਸਤੇ। ਦਛਨਾ ਰਜਤ ਪਨ ਦੀਨੇ ਸੁਧਾਰ ਕਰ। ਮਹਾਰਾਜ ਨੇ ਸਭਨਾਂ ਨੂੰ ਇੱਕ ਇੱਕ ਰਜਤ ਪਨ ਜਿਹੜਾ ਉਹ ਦਛਣਾ ਦੇ ਰੂਪ ਦੇ ਵਿੱਚ ਦਿੱਤਾ ਹੈ। ਸੁਜਸ ਉਚਾਰੇ ਸਾਰੇ ਕਹਿ ਬਿਸਤਾਰੇ ਬਹੁ। ਸਾਰੇ ਜਾਣੇ ਮਹਾਰਾਜ ਜੀ ਦਾ ਭਾਰੀ ਜਸ ਕਰਦੇ। ਜਿੱਥੇ ਜਿੱਥੇ ਕੋਈ ਜਾਂਦਾ ਉਥੇ ਉਥੇ ਜਾ ਕੇ ਮਹਾਰਾਜ ਜੀ ਦੀ ਵਡਿਆਈ ਕਰਦਾ ਹੈ। ਧੰਨ ਗੁਰੂ ਕੀਨੋ ਮਖ ਔਰ ਕੋ ਉਧਾਰ ਕਰ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨੀ ਤੁਧਨੋ ਧਨ ਕਹਿਆ 3 ਜਮ ਨੇੜ ਨਾ ਆਇਆ। ਜਿਨ੍ਹਾਂ ਨੇ ਪਾਤਸ਼ਾਹ ਨੂੰ ਧਨ ਧਨ ਆਖਿਆ ਉਹਨਾਂ ਦੇ ਨੇੜੇ ਜਮ ਨਹੀਂ ਆਇਆ। ਜਮ ਉਹਨਾਂ ਦੇ ਨਜ਼ਦੀਕ ਨਹੀਂ ਆਉਂਦੇ। ਉਹ ਆਪ ਵੀ ਧਨ ਹੋ ਜਾਂਦੇ ਜਿਹੜੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਧਨ ਕਹਿੰਦੇ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨ ਗਰਭ ਨ ਆਇਓ। ਐਸੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਧਨ ਹੋ। ਐਸਾ ਭਾਰੀ ਮਖ ਯੱਗ ਆਪ ਜੀ ਨੇ ਕੀਤਾ ਹੈ। ਦਛਨਾ ਕੋ ਲਏ ਦਿਜ ਆਸ਼ਿਕਾ ਕੋ ਦੇ ਬਹੁ। ਜਿਹੜੇ ਦਿਜ ਵਿਪਰਾਧ ਕਾਏ ਸਨ ਦਛਣਾ ਦੀ ਪ੍ਰਾਪਤੀ ਕਰਕੇ ਉਹਨਾਂ ਨੇ ਅਸੀਸਾਂ ਦਿੱਤੀਆਂ ਹਨ। ਉਮਰ ਬਿਲੰਦ ਹੋਏ ਸੁੰਦਰ ਸੁਨੰਦ ਕੀ। ਅਸੀਸਾਂ ਦਿੰਦੇ ਨੇ ਮਹਾਰਾਜ ਜੀ ਆਪ ਜੀ ਦੇ ਸੁੰਦਰ ਪੁੱਤਰ ਦੀ ਉਮਰਾਂ ਲੰਮੇਰੀ ਹੋਵੇ। ਕਰਤੇ ਉਸਤਤ ਆਪ ਆਪਨੇ ਸਦਨ ਗਏ। ਉਸਤਤ ਕਰਦਿਆਂ ਸਾਰੇ ਜਾਣੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਹਨ। ਪ੍ਰਿਥੀਏ ਕੋ ਭੋਜਨ ਅਚਾਇਓ ਸੰਗ ਬ੍ਰਿੰਦ ਕੀ। ਮਹਾਰਾਜ ਨੇ ਬੜੇ ਅਦਬ ਸਤਕਾਰ ਦੇ ਨਾਲ ਬਾਬੇ ਪ੍ਰਿਥੀ ਚੰਦ ਨੂੰ ਵੀ ਭੋਜਨ ਲੰਗਰ ਛਕਾਇਆ ਹੈ। ਕਰਮੋ ਕੋ ਸਾਦਰ ਆਹਾਰ ਦੀਨੋ ਭਾਂਤ ਭਾਂਤ। ਮਾਤਾ ਗੰਗਾ ਜੀ ਨੇ ਹੁਕਮ ਦੇ ਕਰਕੇ ਦਾਸੀਆਂ ਨੂੰ ਬੀਬੀ ਕਰਮੋ ਨੂੰ ਭਾਂਤ ਭਾਂਤ ਦਾ ਆਹਾਰ ਦਿੱਤਾ ਲੰਗਰ ਛਕਾਇਆ ਹੈ। ਉਪਰ ਪ੍ਰਸੰਨ ਰੀਤ ਕਪਟ ਬਿਲੰਦ ਕੀ। ਉੱਪਰੋਂ ਤਾਂ ਭਾਵੇਂ ਪ੍ਰਸੰਨ ਹੈ ਬੀਬੀ ਕਰਮੋ ਪਰ ਹਿਰਦੇ ਵਿੱਚ ਕਪਟ ਹੈ ਮਨ ਦੇ ਵਿੱਚ ਛਲ ਵਾਲੀ ਬਿਰਤੀ ਹੈ। ਮਹਾਦੇਵ ਮਹਾਮੋਦ ਸ਼੍ਰੀ ਹਰਗੋਬਿੰਦ ਗੋਦ। ਤੇ ਬਾਬਾ ਮਹਾਦੇਵ ਜੀ ਬੜੇ ਖੁਸ਼ ਪ੍ਰਸੰਨ ਨੇ। ਮਹਾਰਾਜ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੀ ਗੋਦ ਵਿੱਚ ਉਹਨਾਂ ਨੇ ਲਿਆ ਹੈ। ਅਚ ਕੈ ਅਸਨ ਕੋ ਮਿਰਜਾਦ ਜਿਉ ਬਿਲੰਦ ਕੀ। ਲੰਗਰ ਛਕਿਆ
ਤੇ ਜਿਵੇਂ ਵੱਡਿਆਂ ਦੀ ਮਰਿਆਦਾ ਹੁੰਦੀ ਹੈ ਉਹਨਾਂ ਨੇ ਉਸ ਮਰਿਆਦਾ ਨੂੰ ਨਿਭਾਇਆ ਹੈ। ਦੋਹਰਾ ਮਹਾਦੇਵ ਗੁਰਦੇਵ ਸੁਤ ਅਹੰ ਮੇਵ ਜਿਸ ਨਾਏ। ਧੰਨ ਗੁਰੂ ਹਰਿ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੁਪੁੱਤਰ ਬਾਬਾ ਮਹਾਦੇਵ ਜੀ, ਜਿਨ੍ਹਾਂ ਦੇ ਮਨ ਵਿੱਚ ਰੰਚਕ ਮਾਤਰ ਵੀ ਹੰਕਾਰ ਨਹੀਂ। ਜਿਨ੍ਹਾਂ ਨੇ ਜਾਣ ਲਿਆ ਉਹ ਨਹੀਂ ਹੰਕਾਰ ਕਰਦੇ, ਜਿਨ੍ਹਾਂ ਨੇ ਨਹੀਂ ਜਾਣਿਆ ਉਹ ਅਭਿਮਾਨੀ ਹੁੰਦੇ ਨੇ। ਇੱਕ ਵਿਦਵਾਨ ਇੱਕ ਬਚਨ ਕਹਿੰਦੇ ਨੇ ਕਿ ਜਿਸ ਅਕਾਲ ਪੁਰਖ ਦੇ ਦਰਬਾਰ ਦੇ ਵਿੱਚ ਸੂਰਜ ਵੀ ਇੱਕ ਜਰਾ ਹੈ ਤੇ ਉਹਦੇ ਦਰਬਾਰ ਦੇ ਵਿੱਚ ਤੂੰ ਆਖੇ ਕਿ ਮੈਂ, ਕਹਿੰਦੇ ਫਿਰ ਇਸ ਤੋਂ ਵੱਡੀ ਮੂਰਖਤਾ ਕੋਈ ਹੋਰ ਨਹੀਂ ਹੋ ਸਕਦੀ। ਇਹ ਮੂਰਖਤਾ ਹੈ। ਜਿਹਦੇ ਦਰਬਾਰ ਵਿੱਚ ਸੂਰਜ ਵੀ ਇੱਕ ਜਰੇ ਵਾਂਗੂ ਹੈ, ਉਹਦੇ ਸਾਹਮਣੇ ਤੂੰ ਹੰਕਾਰ ਕਰੇ ਤਾਂ ਇਸ ਗੱਲ ਨੂੰ ਸਮਝ ਲੈ ਕਿ ਤੇਰੀ ਔਕਾਤ ਰੱਬ ਦੇ ਸਨਮੁਖ ਕੋਈ ਨਹੀਂ। ਐਵੇਂ ਨਾ ਮਾਨ ਅਭਿਮਾਨ ਕਰਿਆ ਕਰ। ਜਿਨ੍ਹਾਂ ਨੇ ਜਾਣ ਲਿਆ ਪਰ ਉਹ ਆਪਣੇ ਅੰਦਰ ਦੇ ਅਭਿਮਾਨ ਨੂੰ ਤਿਆਗ ਦਿੰਦੇ ਨੇ। ਧੰਨ ਬਾਬਾ ਮਹਾਦੇਵ ਜੀ, ਜਿਨ੍ਹਾਂ ਦੇ ਮਨ ਵਿੱਚ ਰੰਚਕ ਮਾਤਰ ਵੀ ਹੰਕਾਰ ਨਹੀਂ ਹੈ। ਗੁਰਤਾ ਗੁਰ ਨਿਜ ਅਨੁਜ ਕੀ ਪਿਖ ਪ੍ਰਸੰਨ ਮਨ ਮਾਏ। ਆਪਣੇ ਛੋਟੇ ਭਰਾਤਾ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਗੁਰਿਆਈ ਨੂੰ ਵੇਖ ਕਰਕੇ ਮਨ ਹੀ ਮਨ ਬੜੇ ਪ੍ਰਸੰਨ ਖੁਸ਼ ਹੁੰਦੇ ਹਨ। ਨੰਦਨ ਆਪਨ ਮਨਿੰਦ ਲਖ ਹਰ ਗੋਬਿੰਦ ਸੁਖ ਕੰਦ। ਸੁਖਾਂ ਦੀ ਮੂਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਆਪਣੇ ਸੁਪੁੱਤਰ ਦੇ ਸਮਾਨ ਜਾਣ ਕਰਕੇ ਤਰਤ ਆਨੰਦ ਬਿਲੰਦ ਕੋ ਪਿਖ ਚਕੋਰ ਜਿਮ ਚੰਦ। ਦੇ ਵਿੱਚ ਬੜੇ ਭਾਰੀ ਆਨੰਦ ਨੂੰ ਧਾਰਨ ਕਰਦੇ ਨੇ, ਜਿਵੇਂ ਚਕੋਰ ਚੰਦਰਮੇ ਨੂੰ ਵੇਖ ਕਰਕੇ ਪ੍ਰਸੰਨ ਹੁੰਦਾ ਹੈ। ਏਦਾਂ ਬਾਬਾ ਮਹਾਦੇਵ ਜੀ ਛੇਵੇਂ ਪਾਤਸ਼ਾਹ ਨੂੰ ਵੇਖ ਵੇਖ ਕੇ ਪ੍ਰਸੰਨ ਹੁੰਦੇ ਹਨ। ਸੋਰਠਾ ਹਿਰਦੈ ਮੁਦਤ ਅਤ ਹੋਏ ਅਧਿਕ ਮੁਦਤ ਕਰ ਅਨੁਜ ਕੋ। ਆਪ ਹਿਰਦੇ ਵਿੱਚ ਪ੍ਰਸੰਨ ਹੋ ਕਰਕੇ ਹਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਪ੍ਰਸੰਨ ਕਰਕੇ ਖੁਸ਼ ਕਰਕੇ ਜਸ ਬਿਸ ਤੀਰਤ ਸੋਏ ਸਦਨ ਗਿਓ ਨਰ ਸੰਗ ਕੁਛ। ਆਪਣੇ ਕੁਝ ਸੰਗੀਆਂ ਸਾਥੀਆਂ ਦੇ ਨਾਲ ਬਾਬਾ ਮਹਾਦੇਵ ਜੀ ਘਰ ਨੂੰ ਗਏ ਤੇ ਰਸਤੇ ਵਿੱਚ ਜਾਂਦਿਆਂ ਸਤਿਗੁਰਾਂ ਦਾ ਭਾਰੀ ਜਸ ਕਰਦੇ ਨੇ, ਗੁਰੂ ਕੀ ਵਡਿਆਈ ਕਰਦੇ ਨੇ। ਗੁਰਸਿੱਖਾਂ ਕੈ ਮਨ ਭਾਵਦੀ ਗੁਰ ਸਤਿਗੁਰ ਕੀ ਵਡਿਆਈ। ਗੁਰੂ ਕੇ ਸਿੱਖਾਂ ਦੇ ਮਨ ਵਿੱਚ ਗੁਰੂ ਕੀ ਵਡਿਆਈ ਭਾਵਦੀ ਹੈ। ਜਿੱਥੇ ਜਿੱਥੇ ਜਾਂਦੇ ਗੁਰੂ ਕੀ ਵਡਿਆਈ, ਗੁਰੂ ਕੀ ਉਪਮਾ ਕਰਦੇ ਹਨ। ਸੁਨ ਸੁਨ ਆਵਤ ਤਾਏ ਸਗਰੇ ਨਰ ਗੁਰ ਨਗਰ ਕੇ। ਗੁਰੂ ਕੀ ਨਗਰੀ ਦੇ ਰਹਿਣ ਵਾਲੇ ਜਿਤਨੇ ਵੀ ਮਨੁੱਖ ਜਿਨ੍ਹਾਂ ਨੂੰ ਪਤਾ ਲੱਗਦਾ ਹੈ, ਸਾਰੇ ਦੌੜ ਕੇ ਗੁਰੂ ਕੇ ਲੰਗਰ ਨੂੰ ਪ੍ਰਾਪਤ ਕਰਨ ਵਾਸਤੇ ਆਉਂਦੇ ਹਨ। ਵਾਂਛਿਤ ਭੋਜਨ ਖਾਏ ਕਰਤ ਉਸਤਤ ਗਮਨੇ ਸਦਨ। ਲੰਗਰਾਂ ਵਿੱਚੋਂ ਮਨ ਵਾਂਛਤ ਭੋਜਨ ਛਕ ਕਰਕੇ ਉਸਤਤੀ ਕਰਦੇ ਆਪਣੇ ਘਰਾਂ ਨੂੰ ਜਾਂਦੇ ਹਨ। ਬਾਜੇ ਬਜੇ ਵਿਸਾਲ ਅੰਮ੍ਰਿਤ ਵੇਲਾ ਹੋਤਈ। ਕਵੀ ਜੀ ਕਹਿੰਦੇ ਜਦੋਂ ਅੰਮ੍ਰਿਤ ਵੇਲਾ ਹੁੰਦਾ ਹੈ, ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਦੇ ਵਿੱਚ ਵਾਜੇ ਵੱਜਣ ਲੱਗ ਪੈਂਦੇ ਹਨ। ਸੰਧਿਆ ਲਗ ਸੁਖ ਨਾਲ ਲਗੂ ਦੁੰਦਪ ਸੋਨ ਪੀਰ ਗਨ। ਤੇ ਸੰਧਿਆ ਤਾਈਂ ਸੁੱਖਾਂ ਦੇ ਨਾਲ ਛੋਟੇ ਨਗਾਰੇ ਵੱਜਦੇ, ਨਫੀਰੀਆਂ ਵੱਜਦੀਆਂ, ਤੂਤੀਆਂ ਵੱਜਦੀਆਂ ਨੇ। ਇਹ ਖੁਸ਼ੀ ਦੇ ਸਾਜ਼ ਨੇ ਨਾ। ਕੱਲ ਵੀ ਅਰਜ਼ ਕੀਤੀ ਸੀ ਕਿ ਜਿੱਥੇ ਆਨੰਦ ਹੋਵੇ ਉੱਥੇ ਵਾਜਾ ਵੱਜਦਾ, ਜਿੱਥੇ ਸੁੱਖ ਹੋਵੇ ਉੱਥੇ ਖੁਸ਼ੀ ਦੇ ਵਾਜੇ ਵੱਜਦੇ ਨੇ। ਤੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਤਾਂ ਸਦਾ ਹੀ ਆਨੰਦ ਤੇ ਸਦਾ ਖੁਸ਼ੀਆਂ ਨੇ। ਅੰਮ੍ਰਿਤ ਵੇਲੇ ਤੋਂ ਲੈ ਕੇ ਸੰਧਿਆ ਤਾਈਂ ਉੱਥੇ ਨਫੀਰੀਆਂ, ਨਗਾਰੇ, ਤੂਤੀਆਂ ਆਦਿਕ ਵੱਜਦੀਆਂ ਹਨ। ਮਚੇ ਕੁਲਾਹਲ ਜਾਲ ਫੈਲਤ ਜਸ ਸਤਿਗੁਰ ਮਹਿਤ। ਬੇਅੰਤ ਸੰਗਤਾਂ ਮਹਾਰਾਜ ਦੇ ਦੀਦਾਰ ਕਰਨ ਵਾਸਤੇ ਆਉਂਦੀਆਂ, ਬੜੀ ਭਾਰੀ ਭੀੜ ਜਮ੍ਹਾਂ ਰਹਿੰਦੀ ਹੈ, ਜਿਸ ਕਰਕੇ ਕੁਲਾਹਲ ਚਾਰ ਚੁਫੇਰੇ ਮਚਿਆ ਰਹਿੰਦਾ ਹੈ। ਤੇ ਹਰ ਪਾਸੇ ਮਹਾਰਾਜ ਗੁਰੂ ਅਰਜਨ ਦੇਵ ਜੀ ਦਾ ਭਾਰੀ ਵੱਡਾ ਜਸ ਫੈਲਦਾ ਹੈ। ਲੀਨੋ ਦੀਨ ਵਿਸਾਲ
ਹੋਤ ਗੁਰ ਦਰਬਾਰ ਮੈਂ। ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਭਾਰੀ ਲੈਣ ਦੇਣ ਹੁੰਦਾ ਹੈ, ਅਰਥਾਤ ਕਿ ਬੇਅੰਤ ਸੰਗਤਾਂ ਆਉਂਦੀਆਂ ਭਟਾਵਾਂ ਅਰਪਣ ਕਰਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਸਾਰੀਆਂ ਸੰਗਤਾਂ ਦਾ ਸਨਮਾਨ ਕਰਦੇ ਨੇ, ਆਏ ਹੋਏ ਮਸੰਦਾਂ ਦਾ ਸਨਮਾਨ ਕਰਦੇ, ਉਹਨਾਂ ਦਾ ਸਤਿਕਾਰ ਕਰਦੇ ਹਨ। ਇਤਨੀਆਂ ਭਟਾਵਾਂ ਆਉਂਦੀਆਂ ਜਿਹੜੀਆਂ ਵਸਤੂਆਂ ਬਾਦਸ਼ਾਹਾਂ ਵਾਸਤੇ ਦੁਰਲੱਭ ਨੇ, ਉਹ ਵਸਤੂਆਂ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਦੇ ਵਿੱਚ ਭੇਟ ਕੀਤੀਆਂ ਜਾਂਦੀਆਂ ਹਨ। ਦੋਹਰਾ ਅਤ ਉਤਸਾਹ ਬਿਲੋਕ ਕੈ ਕਰਮੋ ਦਿਲ ਦਿਲਗੀਰ। ਗੁਰੂ ਘਰ ਦੇ ਵਿੱਚ ਐਸਾ ਉਤਸ਼ਾਹ ਵੇਖ ਕੇ ਬੀਬੀ ਕਰਮੋਂ ਦੇ ਹਿਰਦੇ ਵਿੱਚ ਬੜੀ ਘਬਰਾਹਟ ਹੁੰਦੀ, ਉਹਨੂੰ ਕਾਹਲੀ ਪੈਂਦੀ ਹੈ। ਜਿਉਂ-ਜਿਉਂ ਮਹਾਰਾਜ ਜੀ ਦੀ ਉਸਤਤ ਵੇਖਦੀ ਹੈ, ਗੁਰੂ ਘਰ ਦੀ ਸ਼ੋਭਾ ਵੇਖਦੀ ਹੈ, ਤਿਉਂ ਤੇ ਉਹਦਾ ਹਿਰਦਾ ਮਨ ਸੜ ਬਲ ਜਾਂਦਾ ਹੈ। ਨਰ ਨਾਰਿਨ ਤੇ ਸੁਨਤ ਜਸ ਮਨੋ ਹਿਰਦਾ ਦੇ ਚੀਰ। ਸਤਿਗੁਰਾਂ ਦਾ ਜਸ ਪੁਰਸ਼ਾਰ ਇਸਤਰੀਆਂ ਦੇ ਪਾਸੋਂ ਜਿਉਂ-ਜਿਉਂ ਸੁਣਦੀ ਹੈ ਨਾ, ਮਾਨੋ ਵੀ ਜਿਵੇਂ ਹਿਰਦਾ ਹੀ ਅੰਦਰੋਂ ਚੀਰਿਆ ਜਾਵੇ। ਇਹੋ ਜੀ ਦਸ਼ਾ ਬੀਬੀ ਕਰਮੋਂ ਦੀ ਬਣ ਗਈ ਹੈ। ਪਾਦੜੀ ਚੰਦ ਬਜਯੰਤਪੁਰ ਬਾਜੇ ਬਿਸਾਲ। ਸਤਿਗੁਰਾਂ ਦੇ ਘਰ ਦੇ ਵਿੱਚ ਪੌੜ ਦੇ ਉੱਪਰ ਖੁਸ਼ੀ ਦੇ ਮੰਗਲ ਦੇ ਵਾਜੇ ਵੱਜਦੇ ਹਨ। ਸੁਨਿਅੰਤ ਸ਼੍ਰੋਣ ਤਬ ਹੋਏ ਬਿਹਾਲ। ਜਦ ਉਸ ਆਵਾਜ਼ ਨੂੰ ਸੁਣਦੀ ਹੈ ਨਾ, ਬੀਬੀ ਕਰਮੋਂ ਤੇ ਬਿਹਾਲ ਹੋ ਜਾਂਦੀ ਹੈ। ਜਿਵੇਂ ਇੱਕ ਵਿਦਵਾਨ ਕਹਿੰਦਾ ਵੀ ਜਿੱਥੇ ਗਮ ਹੋਵੇ ਨਾ ਤੇ ਦੂਜੇ ਪਾਸੇ ਜੇ ਖੁਸ਼ੀ ਦਾ ਵਾਜਾ ਵੱਜਦਾ ਹੋਵੇ ਤੇ ਉਹ ਗਮ ਵਾਲੇ ਨੂੰ ਆਵਾਜ਼ ਚੁਭਦੀ ਹੈ, ਉਹਨੂੰ ਚੰਗੀ ਥੋੜਾ ਲੱਗਦੀ ਹੈ। ਤਾਂ ਬੀਬੀ ਕਰਮੋਂ ਦੀ ਹਾਲਤ ਇਦਾਂ ਦੀ ਬਣੀ ਹੋਈ, ਇੱਧਰ ਮੰਗਲ ਦੇ ਵਾਜੇ ਖੁਸ਼ੀ ਦੇ ਵਾਜੇ ਵੱਜਦੇ ਨੇ ਤੇ ਦੂਜੇ ਪਾਸੇ ਉਸ ਆਵਾਜ਼ ਨੂੰ ਸੁਣ ਸੁਣ ਕੇ ਬੀਬੀ ਕਰਮੋਂ ਬਿਹਾਲ ਹੋਈ ਜਾਂਦੀ ਹੈ। ਬਸ ਚਲੇ ਨਹੀਂ ਸੰਕਟ ਮਹਾ। ਵਸ ਨਹੀਂ ਚੱਲਦਾ ਕੋਈ, ਮਨ ਦੇ ਅੰਦਰ ਬੜਾ ਭਾਰੀ ਸੰਕਟ ਪ੍ਰਾਪਤ ਹੁੰਦਾ ਹੈ। ਮਨ ਗਿਣਤ ਗਟੀ ਕਿਮ ਬਿਗਨ ਠਾਨ। ਮਨ ਦੇ ਵਿੱਚ ਗਟੀਆਂ ਗਿਣਦੀ, ਵਿਚਾਰਾਂ ਕਰਦੀ, ਸੋਚਾਂ ਸੋਚਦੀ ਹੈ ਵੀ ਕਿਵੇਂ ਇਹਨਾਂ ਦੇ ਕਾਰਜ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਘਨ ਪਾਇਆ ਜਾਵੇ। ਔਰ ਸਲ ਮੋਏ ਕਿਮ ਨਿਕਸ ਜਾਏ। ਇਹ ਹਿਰਦੇ ਵਿੱਚ ਜਿਹੜਾ ਸੱਲ ਹੈ, ਜਿਹੜੀ ਪੀੜ ਜ਼ਖਮ ਹੈ ਨਾ, ਇਹ ਕਿਵੇਂ ਨਿਵਰਤ ਹੋਵੇ। ਕਈਆਂ ਦੇ ਅੰਦਰ ਦੀ ਪੀੜ ਨਾ ਦੂਜੇ ਦੇ ਦੁੱਖ ਆਉਣ ਤੇ ਖੜੀ ਹੁੰਦੀ ਹੈ, ਯਾਨੀ ਕਿ ਜੇ ਦੂਜਾ ਦੁਖੀ ਹੋਵੇਗਾ ਤੇ ਮੈਨੂੰ ਸੁੱਖ ਪ੍ਰਾਪਤ ਹੋਵੇਗਾ। ਕਈਆਂ ਦਾ ਹਿਰਦਾ ਜਿਹੜਾ ਉਹ ਦੂਜੇ ਦੇ ਸੁੱਖ ਤੇ ਸੁਖੀ ਹੁੰਦਾ ਹੈ, ਕਈਆਂ ਦਾ ਹਿਰਦਾ ਦੂਜੇ ਦੇ ਦੁੱਖ ਤੇ ਸੁਖੀ ਹੁੰਦਾ ਹੈ। ਤੋ ਸਾਧ ਸੰਗਤ ਜੀ, ਬੀਬੀ ਕਰਮੋਂ ਦਾ ਜਿਹੜਾ ਹਿਰਦਾ ਐਸਾ ਹੈ ਕਿ ਇਹ ਮੇਰੇ ਅੰਦਰ ਦੀ ਜਿਹੜੀ ਪੀੜ ਹੈ ਨਾ, ਅੰਦਰ ਦਾ ਦੁੱਖ ਜਿਹੜਾ, ਇਹ ਕਿਸੇ ਤਰ੍ਹਾਂ ਨਿਵਰਤ ਹੋ ਜਾਵੇ। ਸ਼੍ਰੀ ਹਰਗੋਬਿੰਦ ਜਿਮ ਕਾਲ ਖਾਏ। ਮਾਨੋ ਵੀ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਾਲ ਖਾ ਜਾਵੇ, ਉਹ ਅਕਾਲ ਚਲਾਣਾ ਕਰ ਜਾਣ, ਸਰੀਰ ਤਿਆਗ ਜਾਣ। ਤਬ ਆਨੰਦ ਉਦੇ ਰਿਦ ਕਰਕ ਹੋਏ। ਫਿਰ ਮੇਰੇ ਹਿਰਦੇ ਵਿੱਚ ਆਨੰਦ ਪੈਦਾ ਹੋਵੇਗਾ ਜਦੋਂ ਉਹ ਅਕਾਲ ਚਲਾਣਾ ਕਰ ਜਾਣਗੇ ਤੇ ਆ ਜਿਹੜਾ ਸੱਲ ਮੇਰੇ ਹਿਰਦੇ ਵਿੱਚ ਹੈ ਇਹ ਮਿਟ ਜਾਵੇਗਾ। ਨਹੀਂ ਤਾਂ ਮਿਰਤਕ ਤੁਲ ਹਮ ਜੀਵਨ ਜੋਏ। ਤਾਂ ਸਾਡਾ ਜੀਵਨ ਆ ਜਿਹੜਾ ਮੁਰਦੇ ਦੇ ਤਲ ਹੈ, ਸਾਡੇ ਵਿੱਚ ਤੇ ਮੁਰਦੇ ਵਿੱਚ ਫਿਰ ਕਿਸ ਪ੍ਰਕਾਰ ਦਾ ਅੰਤਰ ਹੈ। ਨਿਤ ਕਰਤ ਮਹਾ ਮੰਗਲ ਸੁਚਾਰ। ਸਾਡੇ ਸ਼ਰੀਕ ਨਿਤੀ ਆਪਣੇ ਘਰ ਵਿੱਚ ਭਾਰੀ ਮੰਗਲ ਖੁਸ਼ੀਆਂ ਪ੍ਰਾਪਤ ਕਰਦੇ ਹਨ। ਉਹ ਦਰਬ ਆਏ ਪਰ ਲੀਏ ਪੰਡਾਰ। ਉਹਨਾਂ ਦੇ ਘਰ ਦੇ ਵਿੱਚ ਦਰਬ ਮਾਇਆ ਆਉਂਦੀ ਹੈ, ਵਸਤੂਆਂ ਦੇ ਪਦਾਰਥਾਂ ਦੇ ਭੰਡਾਰ ਉਹਨਾਂ ਨੇ ਭਰ ਲਏ ਹਨ। ਲਘੂ ਥਾਨ ਹਮੋ ਤੇ ਭੇ ਮਹਾਨ। ਉਹ ਸਾਡੇ ਤੋਂ ਛੋਟੀ ਥਾਂ ਸਨ, ਯਾਨੀ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਭ ਤੋਂ ਛੋਟੇ ਸਨ। ਉਹ ਸਭ ਤੋਂ ਛੋਟੇ ਸਨ ਤੇ ਸਭ ਤੋਂ ਵੱਡੀ ਜਗ੍ਹਾ ਤੇ ਆ ਗਏ, ਵੱਡੇ ਹੋ ਗਏ ਹਨ। ਸੁਤ ਪਇਓ ਚੰਦ ਸਮ ਲਖ ਜਹਾਨ। ਫਿਰ ਉਹਨਾਂ ਦੇ ਘਰ ਦੇ ਵਿੱਚ ਕਿਤਨਾ ਸੁੰਦਰ ਸੁਪੁੱਤਰ ਪ੍ਰਗਟ ਹੋਇਆ, ਮਾਨੋ ਜੈਸੇ ਉਹ ਜਹਾਨ ਦਾ ਚੰਦਰਮਾ ਹੋਵੇ। ਮੰਗਲ ਕਰੰਤ ਗੰਗਾ ਆਨੰਦ। ਆਪਣੇ ਸੁਪੁੱਤਰ ਨੂੰ ਵੇਖ ਵੇਖ ਕੇ ਗੰਗਾ ਜੀ ਭਾਰੀ ਆਨੰਦ ਪ੍ਰਾਪਤ ਕਰਦੇ, ਬੜੇ ਖੁਸ਼ ਹੁੰਦੇ ਹਨ। ਸ਼੍ਰੀ ਹਰਗੋਬਿੰਦ ਜਿਸ ਸ਼ੋਭ ਆਨੰਦ। ਇਹਨਾਂ ਦੇ ਘਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਨੰਦ ਪੁੱਤਰ ਸ਼ੋਭਦਾ ਹੋਵੇ
ਤੇ ਉਹਨਾਂ ਨੂੰ ਭਾਰੀ ਆਨੰਦ ਦੀ ਪ੍ਰਾਪਤੀ ਕਿਉਂ ਨਾ ਹੋਵੇ। ਜਬ ਬਡੋ ਹੋਏ ਸਮਬਲੀ ਸਿੰਘ, ਸੋਚਦੀ ਹੈ ਜਦੋਂ ਵੱਡੇ ਹੋਣਗੇ ਨਾ, ਜਿਵੇਂ ਸ਼ੇਰ ਬਲੀ ਸਾਹਸੀ ਹੁੰਦਾ ਹੈ, ਸ਼ੇਰ ਦੇ ਵਾਂਗੂ ਉਹ ਵੀ ਬੜੇ ਬਲੀ ਤੇ ਸਾਹਸੀ ਹੋਵਣਗੇ। ਸਭ ਕੋ ਨਿਵਾਏ ਸੰਤੋਖ ਸਿੰਘ। ਬ੍ਰਾਹਮਣ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ, ਉਹ ਸੋਚਦੀ ਹੈ ਜਦੋਂ ਇਹ ਵੱਡਾ ਹੋਵੇਗਾ ਤੇ ਬਲੀ ਹੋਵੇਗਾ ਤੇ ਸਭ ਨੂੰ ਆਪਣੇ ਚਰਨਾਂ ਵਿੱਚ ਨਿਵਾ ਲਵੇਗਾ, ਸਾਰਾ ਸੰਸਾਰ ਇਹਨਾਂ ਨੂੰ ਸਜਦਾ ਕਰੇਗਾ। ਇਮ ਰਾਤ ਦਿਵਸ ਕਰਤੀ ਵਿਚਾਰ, ਇਸ ਪ੍ਰਕਾਰ ਦਿਨ ਰਾਤ ਬੀਬੀ ਕਰਮੋ ਆਪਣੇ ਹਿਰਦੇ ਅੰਦਰ ਵਿਚਾਰ ਕਰਦੀ ਹੈ। ਪਤ ਸਾਥ ਦੁਖਤ ਬਾਕਨ ਉਚਾਰ, ਆਪਣੇ ਪਤੀ ਦੇ ਨਾਲ ਦੁੱਖ ਭਰੇ ਬਚਨ ਸਾਂਝੇ ਕਰਦੀ, ਹਿਰਦੇ ਦਾ ਦੁੱਖ ਪ੍ਰਗਟ ਕਰਕੇ ਸੁਣਾਉਂਦੀ ਹੈ। ਕਿਮ ਨਹੀਂ ਚਿੰਤ ਚਿਤ ਮੈਂ ਤੁਮਾਰ, ਆਖਦੀ ਹੈ ਪਤੀ ਦੇਵ ਤੁਹਾਡੇ ਚਿੱਤ ਦੇ ਵਿੱਚ ਚਿੰਤਾ ਕਿਉਂ ਨਹੀਂ ਹੈ। ਦੀਰਘ ਸ਼ਰੀਕ ਨਿਤ ਵੈ ਉਦਾਰ, ਤੁਹਾਡੀਆਂ ਅੱਖਾਂ ਦੇ ਸਾਹਮਣੇ ਸਾਡੇ ਸ਼ਰੀਕ ਦਿਨ ਪ੍ਰਤ ਦਿਨ ਵੱਡੇ ਹੁੰਦੇ ਜਾਂਦੇ, ਮਹਾਨ ਹੁੰਦੇ ਜਾਂਦੇ ਹਨ। ਇੱਕ ਪੁੱਤਰ ਤਿਨੋ ਕਿਮ ਦਿਓ ਖਪਾਏ, ਉਹਨਾਂ ਦੇ ਘਰ ਦੇ ਵਿੱਚ ਇੱਕ ਪੁੱਤਰ ਹੈ, ਕਿਸੇ ਢੰਗ ਤਰੀਕੇ ਨਾਲ ਉਹਨੂੰ ਖਪਾ ਦਿਓ, ਨਾਸ਼ ਕਰ ਦਿਓ। ਗੁਰਤਾ ਬਹੋਰ ਹਮਰੇ ਸੁਆਏ, ਇਹਦੇ ਨਾਲ ਜਿਹੜੀ ਗੁਰਤਾ ਗੱਦੀ ਉਹ ਮੁੜ ਕੇ ਸਾਡੇ ਘਰ ਦੇ ਵਿੱਚ ਸਾਡੇ ਪੁੱਤਰ ਮਿਹਰਬਾਨ ਨੂੰ ਪ੍ਰਾਪਤ ਹੋ ਜਾਵੇਗੀ, ਸਾਡੇ ਗ੍ਰਹਿ ਵਿੱਚ ਆ ਜਾਵੇਗੀ। ਤੁਮ ਰਹੇ ਬੈਠਨੇ ਕਰ ਉਪਾਏ, ਤੁਸੀਂ ਆਪਣੇ ਘਰ ਦੇ ਵਿੱਚ ਹੱਥ ਤੇ ਹੱਥ ਰੱਖ ਕੇ ਬੈਠੇ ਹੋ, ਕੋਈ ਉਪਾਅ ਨਹੀਂ ਕਰਦੇ। ਇਹ ਬਡੋ ਕਾਜ ਮਨ ਨਹੀਂ ਲਿਆਏ, ਇਹੀ ਤਾਂ ਸਭ ਤੋਂ ਵੱਡਾ ਕਾਰਜ ਹੈ ਜਿਹੜਾ ਮਨ ਵਿੱਚ ਨਹੀਂ ਲਿਆਂਦੇ, ਜਿਸ ਕਾਰਜ ਨੂੰ ਕਰਨ ਵਾਸਤੇ ਕੋਈ ਉਪਾਅ ਨਹੀਂ ਤੁਸੀਂ ਕਰਦੇ। ਜਿਉ ਕਿਉ ਬਿਰਤੰਤ ਹਮਰੋ ਬਤੀਤ, ਜਿਵੇਂ ਕਿਵੇਂ ਸਾਡਾ ਹਾਲ ਸਾਡਾ ਸਮਾਂ ਤਾਂ ਬਤੀਤ ਹੋ ਹੀ ਜਾਂਦਾ ਹੈ ਤੇ ਹੋ ਜਾਣਾ ਹੈ। ਨਿਜ ਪੁੱਤਰ ਪੋਤਰ ਕਿਆ ਕਰੇ ਰੀਤ, ਸਾਡਾ ਤਾਂ ਸਮਾਂ ਲੰਘ ਹੀ ਜਾਏਗਾ, ਪਰ ਸੋਚੋ ਤੁਹਾਡੇ ਪੁੱਤ ਤੇ ਪੋਤਰੇ ਕਿਸ ਹਾਲ ਵਿੱਚ ਰਹਿਣਗੇ, ਉਹਨਾਂ ਨਾਲ ਕੀ ਕੁਝ ਹੋਵੇਗਾ, ਉਹ ਵਿਚਾਰੇ ਆਪਣਾ ਸਮਾਂ ਕਿਵੇਂ ਬਤੀਤ ਕਰਨਗੇ। ਹੋਏ ਦਰਬਹੀਨ ਮੰਗਤ ਫਿਰਾਏ, ਤੁਹਾਡੇ ਪੁੱਤ ਪੋਤਰੇ ਮਾਇਆ ਤੋਂ ਹੀਣੇ ਹੋ ਕਰਕੇ ਮੰਗਤੇ ਬਣ ਕੇ ਦੁਨੀਆ ਦੇ ਕੋਲੋਂ ਮੰਗਦੇ ਫਿਰਨਗੇ। ਸਿੱਖ ਦੇ ਨਾ ਪੇਟ ਨੇ ਲਗੇ ਪਾਏ, ਉਹਨਾਂ ਨੂੰ ਸਿੱਖ ਪਟਾਵਾ ਨਹੀਂ ਦੇਣਗੇ ਤੇ ਨਾ ਉਹਨਾਂ ਦੇ ਚਰਨੀ ਲੱਗਣਗੇ, ਅਰਥਾਤ ਉਹਨਾਂ ਨੂੰ ਮੱਥਾ ਨਹੀਂ ਟੇਕਣਗੇ, ਨਮਸਕਾਰਾਂ ਨਹੀਂ ਕਰਨਗੇ। ਤਬ ਆਪਨ ਬਡਨ ਕੋ ਖੋਟ ਜਾਨ, ਫਿਰ ਉਹ ਆਪਣੇ ਵੱਡੇ ਵਡੇਰਿਆਂ ਨੂੰ ਖੋਟਾ ਜਾਣਨਗੇ। ਕੱਲ ਨੂੰ ਤੁਹਾਡੇ ਪੋਤਰੇ ਤੁਹਾਡਾ ਪੁੱਤਰ ਇਹ ਗੱਲ ਕਹੇਗਾ ਕਿ ਸਾਡਾ ਦਾਦਾ ਸਾਡਾ ਪਿਤਾ ਖੋਟਾ ਸੀ, ਉਹਦੀ ਵਜ੍ਹਾ ਕਰਕੇ ਅੱਜ ਇਹੋ ਜੀ ਹਾਲਤ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ। ਮੁਰਝਾਏ ਚੂਰ ਕਿਆ ਕ੍ਰਿਤ ਠਾਨ, ਇਸ ਤਰ੍ਹਾਂ ਮਨ ਹੀ ਮਨ ਝੂਰਨਗੇ, ਮੁਰਝਾ ਜਾਣਗੇ ਕਿ ਸਾਡੇ ਬਜ਼ੁਰਗਾਂ ਨੇ ਸਾਡੇ ਵਾਸਤੇ ਕੀ ਕੀਤਾ ਹੈ। ਅਬ ਤੋ ਉਪਾਏ ਜੇ ਕਰੇ ਆਪ, ਨਾਲੇ ਦੱਸੋ ਫਿਰ ਜਦੋਂ ਸਮਾਂ ਆਵੇਗਾ ਵਿਚਾਰੇ ਕੀ ਕੰਮਕਾਰ ਕਰਨਗੇ, ਇਹ ਵੀ ਤਾਂ ਦੱਸੋ ਨਾ। ਹੁਣ ਤਾਂ ਸਮਾਂ ਹੈ, ਜੇ ਕੋਈ ਉਪਾਅ ਤੁਸੀਂ ਕਰੋਗੇ ਕੋਈ ਨਾ ਕੋਈ ਰਸਤਾ ਜ਼ਰੂਰ ਨਿਕਲ ਆਵੇਗਾ। ਅਸ ਜੁਗਤ ਠਾਨ ਤਿੰਨ ਪੁੱਤਰ ਖਾਪ, ਕੋਈ ਇਹੋ ਜੀ ਜੁਗਤੀ ਬਣਾਓ ਤਾਂ ਕਿ ਸ਼ਰੀਕਾਂ ਦਾ ਪੁੱਤਰ ਜਿਹੜਾ ਨਾਸ਼ ਕਰ ਦਿੱਤਾ ਜਾਵੇ। ਗੁਰਤਾ ਬਹੋਰ ਹਮ ਬੰਸ ਪਾਏ, ਜੇਕਰ ਉਹਨਾਂ ਦੇ ਪੁੱਤਰ ਦਾ ਨਾਸ਼ ਕਰ ਦਿੱਤਾ, ਸਾਡੀ ਬੰਸ ਦੇ ਵਿੱਚ ਮੁੜ ਗੁਰਤਾ ਗੱਦੀ ਦੀ ਪ੍ਰਾਪਤੀ ਹੋ ਜਾਵੇਗੀ। ਸਭ ਸਿੱਖ ਦਹੀਂ ਧਨ ਲਾਗੇ ਪਾਏ, ਸਾਰੇ ਗੁਰੂ ਕੇ ਸਿੱਖ ਆ ਕਰਕੇ ਸਾਨੂੰ ਧਨ ਦੇਵਣਗੇ, ਭਟਾਵਾ ਅਰਪਣ ਕਰਨਗੇ ਤੇ ਸਿੱਖ ਆ ਕੇ ਸਾਡੇ ਚਰਨੀ ਲੱਗਣਗੇ, ਨਮਸਕਾਰਾਂ ਕਰਨਗੇ। ਕਰ ਸਕੇ ਕਛੂ ਤੋ ਬਿਲ ਮਟਾਰ, ਜੇਕਰ ਤੁਸੀਂ ਕੁਝ ਕਰ ਸਕਦੇ ਹੋ ਤੇ ਬਿਨਾਂ ਦੇਰੀ ਤੋਂ ਛੇਤੀ ਇਹ ਕਾਰਜ ਕਰ ਲਵੋ। ਅਸ ਕਰ ਉਪਾਏ ਤਿੰਨ ਪੁੱਤਰ ਮਾਰ, ਇਹੋ ਜਿਹਾ ਕੋਈ ਉਪਾਅ ਕਰੋ ਕਿ ਉਹਨਾਂ ਦੇ ਪੁੱਤਰ ਨੂੰ ਤੁਸੀਂ ਮਾਰ ਦਿਓ। ਸਭ ਸੁਨੇ ਪ੍ਰਿਥੀਏ ਬਚਨ ਕਾਨ, ਇਸ ਤਰ੍ਹਾਂ ਸਾਰੇ ਬਚਨ ਪ੍ਰਿਥੀ ਚੰਦ ਨੇ ਬੀਬੀ ਕਰਮੋਂ ਦੇ ਕੰਨੀ ਸਰਵਣ ਕੀਤੇ ਹਨ। ਤਬ ਦਈ ਤੀਰ ਤਿਸ ਕੋ ਬਖਾਨ, ਬੀਬੀ ਕਰਮੋਂ ਨੂੰ ਧੀਰਜ ਦੇ ਕਰਕੇ ਪ੍ਰਿਥੀ ਚੰਦ ਕਹਿਣ ਲੱਗਾ ਹੈ, ਮਤ ਕਰੋ ਚਿੰਤ ਨੈ ਜੀਏ ਸੋਏ, ਕਹਿੰਦਾ ਚਿੰਤਾ ਨਾ ਕਰ,
ਸਾਡੇ ਸ਼ਰੀਕਾਂ ਦਾ ਜਿਹੜਾ ਪੁੱਤਰ ਹੈ ਉਹ ਜੀਵਤ ਨਹੀਂ ਬਚੇਗਾ। ਹੈ ਬਾਲ ਅਲਪ ਨੈ ਬੜੋ ਹੋਏ। ਅਜੇ ਤਾਂ ਉਹ ਬਾਲਕ ਹੈ, ਛੋਟੀ ਅਵਸਥਾ ਵਿੱਚ ਆ, ਉਹਦਾ ਬਚਪਨਾ ਹੈ, ਅਜੇ ਕਿਹੜਾ ਉਹ ਵੱਡਾ ਹੋਇਆ ਹੈ। ਤੈ ਨਿਕਸ ਸੀਤਲਾ ਕਰੇ ਹਾਨ। ਉਹ ਹੁਣ ਉਹ ਵੱਡਾ ਵੀ ਨਹੀਂ ਹੋਵੇਗਾ ਕਿਉਂਕਿ ਉਹਦੇ ਸਰੀਰ ਦੇ ਵਿੱਚ ਸੀਤ ਤੋ ਮੈਂ ਉਪਾਵ ਅਸ ਕਰੋ ਕੋਏ। ਪ੍ਰਿਥੀ ਚੰਦ ਕਹਿੰਦਾ ਵੀ ਪਹਿਲੀ ਗੱਲ ਤਾਂ ਉਹਦਾ ਬਚਾਅ ਹੋਣਾ ਨਹੀਂ। ਮੰਨੋ ਵੀ ਜੇ ਕਿਸੇ ਕਾਰਨ ਕਰਕੇ ਉਹ ਚੇਚਕ ਤੋਂ ਬਚ ਜਾਵੇ ਤੇ ਫਿਰ ਕਹਿੰਦੇ ਮੈਂ ਕੋਈ ਨਾ ਕੋਈ ਹੋਰ ਉਪਾਅ ਕਰਾਂਗਾ ਤਾਂ ਕਿ ਉਹਨੂੰ ਆਪਾਂ ਮਾਰ ਸਕੀਏ। ਜਿਸ ਤੇ ਬਿਨਾਸ਼ ਸ਼੍ਰੀ ਹਰਿ ਗੋਬਿੰਦ। ਮੈਂ ਐਸਾ ਕੋਈ ਉਪਾਅ ਕਰਾਂਗਾ ਜਿਹਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਦਾ ਨਾਸ਼ ਕਰਾਂਗਾ। ਹਮ ਪੁੱਤਰ ਪੋਤਰ ਸਭ ਹੈ ਆਨੰਦ। ਇਹਦੇ ਨਾਲ ਸਾਡੇ ਪੁੱਤ ਪੋਤਰਿਆਂ ਨੂੰ ਭਾਰੀ ਆਨੰਦ ਦੀ ਪ੍ਰਾਪਤੀ ਹੋਵੇਗੀ। ਅਬ ਆਏ ਨਿਕਟ ਬਿਦਵੈ ਸੁਖੈਨ। ਸੋ ਇਹਦੇ ਨਾਲ ਫਿਰ ਗੁਰਤਾ ਗੱਦੀ ਆਦਿਕ ਸਭ ਕੁਝ ਸਾਨੂੰ ਪ੍ਰਾਪਤ ਹੋਵੇਗਾ ਤੇ ਹਰ ਪ੍ਰਕਾਰ ਤਰ੍ਹਾਂ ਅਸੀਂ ਸੌਖੇ ਹੋ ਜਾਵਾਂਗੇ, ਆਨੰਦ ਦੀ ਪ੍ਰਾਪਤੀ ਹੋਵੇਗੀ। ਇਸ ਹਤੋਂ ਰੀਤ ਕਰ ਜੀਨ ਕੀਨ। ਜਿਵੇਂ ਕਿਵੇਂ ਕਰਕੇ ਜਿਸ ਕਿਸ ਤਰ੍ਹਾਂ ਵੀ ਮੈਂ ਹਰਗੋਬਿੰਦ ਜੀ ਨੂੰ ਮਾਰ ਮੁਕਾਵਾਂਗਾ, ਉਹਨਾਂ ਨੂੰ ਮੇਟ ਦਿਆਂਗਾ। ਕਰਮੋ ਸੁਨੰਤ ਬੋਲੀ ਕੁਬੈਨ। ਇਹ ਬਚਨ ਸੁਣ ਕਰਕੇ ਬੀਬੀ ਕਰਮੋ ਨੇ ਅਗੋਂ ਕੁਬੈਨ ਮਾੜੇ ਬਚਨ ਖੋਟੇ ਬਚਨ ਬੋਲੇ ਹਨ। ਤੁਮਰੋ ਬਚਨ ਬਰਕਤ ਸੁਹੈ ਨਾ। ਆਖਣ ਲੱਗੀ ਵੀ ਤੇਰੇ ਬਚਨਾਂ ਵਿੱਚ ਕੋਈ ਬਰਕਤ ਨਹੀਂ। ਇਹੋ ਜਿਹੇ ਬਚਨ ਤਾਂ ਤੂੰ ਪਹਿਲਾਂ ਵੀ ਬੜੀ ਵਾਰ ਕੀਤੇ ਨੇ। ਪਹਿਲਾਂ ਕੀ ਹੋ ਗਿਆ ਤੇਰੇ ਬਚਨਾਂ ਨਾਲ? ਤਾਂ ਮੈਨੂੰ ਤਾਂ ਇੰਨਾ ਪਤਾ ਵੀ ਤੇਰੇ ਬਚਨਾਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਰਕਤ ਨਹੀਂ ਹੈ। ਪਾ ਪ੍ਰਥਮ ਕੂਰ ਕੈ ਹੋਇ ਜ਼ਰੂਰ। ਪਹਿਲਾਂ ਵੀ ਤੂੰ ਆਖਿਆ ਸੀ ਵੀ ਇਸ ਤਰ੍ਹਾਂ ਹੋਵੇਗਾ, ਉਹ ਨਿਸ਼ਚੇ ਨਾਲ ਉਹ ਮਰ ਜਾਏਗਾ। ਉਹ ਤੇਰੇ ਪਹਿਲੇ ਕਹੇ ਹੋਏ ਬਚਨ ਜਿਹੜੇ ਉਹ ਵੀ ਝੂਠੇ ਹੋ ਗਏ ਹਨ। ਮੈਂ ਸੁਨਤ ਜਾਏ ਕੀਏ ਹਰਖ ਪੂਰ। ਇਹਨਾਂ ਬਚਨਾਂ ਨੂੰ ਸੁਣ ਕੇ ਮੈਂ ਬੜੀ ਪਹਿਲਾਂ ਖੁਸ਼ ਹੋਈ ਵੀ ਤੁਸੀਂ ਕਹਿ ਦਿੱਤਾ ਹੈ ਤੇ ਸਾਡੇ ਸ਼ਰੀਕ ਮੁੱਕ ਜਾਣਗੇ, ਗੱਦੀ ਸਾਡੇ ਘਰ ਦੇ ਵਿੱਚ ਆ ਜਾਏਗੀ। ਪਰ ਕੀ ਹੋਇਆ? ਨਿਰਾਸ਼ਾ ਹੀ ਹੱਥ ਲੱਗੀ ਹੈ ਨਾ। ਤੁਹਾਡੇ ਪਹਿਲੇ ਕਹੇ ਹੋਏ ਬਚਨ ਜਿਹੜੇ ਨਿਫਲ ਚਲੇ ਗਏ ਹਨ। ਤੁਮ ਘਟਤ ਜਾਤ ਐਸ਼ਵਰਜ ਮਾਏ। ਤੁਸੀਂ ਸਾਰੀ ਦੁਨਿਆਵੀ ਐਸ਼ਵਰਜ ਵਿੱਚ ਦਿਨ ਪ੍ਰਤ ਦਿਨ ਘਟਦੇ ਜਾਂਦੇ ਹੋ। ਸੋ ਬ੍ਰਦੇ ਸਦਾ ਕੋ ਕਸ਼ਟ ਨਾਏ। ਪਰ ਉਹ ਸਦਾ ਵੱਧਦੇ ਜਾਂਦੇ ਨੇ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਕਸ਼ਟ ਨਹੀਂ। ਇਥੋਂ ਇੱਕ ਭਾਵ ਅਸੀਂ ਆਪਣੇ ਮਨ ਦੇ ਵਿੱਚ ਵੀ ਧਾਰਨ ਕਰਨਾ ਹੈ। ਬੰਦਾ ਜਿਤਨਾ ਜ਼ਿਆਦਾ ਇੱਛਕ ਹੋਵੇ ਧਨ ਦਾ, ਜਿਤਨਾ ਲੋਭੀ ਹੋਵੇ, ਜਿਤਨੀ ਜ਼ਿਆਦੀ ਵਾਸ਼ਨਾ ਹੋਵੇ, ਮਨੁੱਖ ਉਤਨਾ ਹੀ ਦੁਖੀ ਹੁੰਦਾ ਹੈ ਤੇ ਉਤਨੇ ਸੰਕਟਾਂ ਨੂੰ ਸਹਿੰਦਾ। ਤੇ ਮਾਇਆ ਦਾ ਸੁਭਾਅ ਵੀ ਇਦਾਂ ਦਾ, ਜਿੰਨਾ ਜ਼ਿਆਦਾ ਬੰਦਾ ਵਾਸ਼ਨਾ ਨਾਲ ਭਰਿਆ ਹੁੰਦਾ, ਧਨ ਦਾ ਲੋਭੀ ਹੁੰਦਾ, ਮਾਇਆ ਉਨੀ ਉਹਦੇ ਤੋਂ ਅੱਗੇ ਅੱਗੇ ਭੱਜਦੀ ਹੈ। ਜਿੰਨਾ ਜ਼ਿਆਦਾ ਕੋਈ ਮਾਇਆ ਦਾ ਤਿਆਗ ਕਰੇਗਾ, ਮਨ ਦੇ ਵਿੱਚੋਂ ਵਾਸ਼ਨਾ ਦੂਰ ਰੱਖੇਗਾ, ਮਨ ਨੂੰ ਸੰਤੋਖੀ ਰੱਖੇਗਾ, ਸੁਭਾਵਕ ਹੈ ਸਭ ਕੁਝ ਆਪਣੇ ਆਪ ਹੀ ਪ੍ਰਾਪਤ ਹੋਈ ਜਾਵੇਗਾ। ਕਿਉਂਕਿ ਮਿਲਣਾ ਤਾਂ ਉਹ ਹੈ ਨਾ ਗੁਰਮੁਖੋ ਜੋ ਸਾਡੇ ਭਾਗਾਂ ਦੇ ਵਿੱਚ ਹੈ। ਬਿਨਾਂ ਭਾਗਾਂ ਤੋਂ ਮਨੁੱਖ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਜੋ ਸਾਡੀ ਪਰਾਲਬਧ ਪਰਮੇਸ਼ਰ ਨੇ ਬਣਾਈ ਹੈ, ਜਿੰਨੇ ਕ ਦਾਣੇ ਜਿੱਥੋਂ ਜਿਵੇਂ ਅਸੀਂ ਛਕੜੇ ਨੇ ਉਹਨੇ ਕ ਵਾਹਿਗੁਰੂ ਨੇ ਸਾਨੂੰ ਆਪੇ ਹੀ ਦਈ ਜਾਣੇ ਨੇ। ਪਰ ਜਦੋਂ ਅਸੀਂ ਵਾਸ਼ਨਾ ਨਾਲ ਭਰ ਕੇ ਫਿਰ ਭਜਣਾ ਸ਼ੁਰੂ ਕਰ ਦਿੰਦੇ ਆ ਨਾ, ਫਿਰ ਹਾਲਤ ਕੀ ਹੁੰਦੀ ਹੈ? ਜਦੋਂ ਸੂਰਜ ਵੱਲ ਬੰਦਾ ਪਿੱਠ ਕਰਕੇ ਤੁਰਦਾ ਹੈ ਤੇ ਪਰਛਾਵਾਂ ਅੱਗੇ ਕਰਕੇ ਤੁਰਨਾ ਸ਼ੁਰੂ ਕਰ ਦਿੰਦਾ ਹੈ ਤੇ ਪਰਛਾਵਾਂ ਪਿੱਛੇ ਪਿੱਛੇ ਤੁਰਨਾ ਸ਼ੁਰੂ ਕਰ ਦਿੰਦਾ ਹੈ। ਇਸੇ ਪ੍ਰਕਾਰ ਜਦੋਂ ਵਾਸ਼ਨਾ ਦੇ ਨਾਲ ਭਰਿਆ ਹੋਇਆ ਮਨੁੱਖ ਮਾਇਆ ਪਿੱਛੇ ਦੌੜਦਾ ਹੈ ਤੇ ਮਾਇਆ ਵੀ ਫਿਰ ਪਰਛਾਵੇਂ ਵਾਂਗੂ ਅੱਗੇ ਅੱਗੇ ਤੁਰੀ ਜਾਂਦੀ ਹੈ।
ਤੇ ਜਦੋਂ ਕੋਈ ਮਾਇਆ ਨੂੰ ਪਿੱਠ ਕਰਕੇ ਗੁਰੂ ਨੂੰ ਮੁਖ ਕਰ ਲੈਂਦਾ ਹੈ, ਫਿਰ ਇਹੀ ਮਾਇਆ ਪਰਛਾਵੇਂ ਵਾਂਗੂ ਪਿੱਛੇ ਪਿੱਛੇ ਤੁਰਦੀ ਹੈ। ਤੋ ਇਸ ਪ੍ਰਕਰਨ ਤੋਂ ਇਹ ਵੀ ਭਾਵ ਅਸੀਂ ਹਿਰਦੇ ਵਿੱਚ ਗ੍ਰਹਿਣ ਕਰਨਾ ਹੈ ਕਿ ਜਦੋਂ ਬੰਦਾ ਵਾਸ਼ਨਾ ਨਾਲ ਭਰਿਆ ਹੋਵੇ, ਜਿਆਦੀਆਂ ਇਛਾਵਾਂ ਨਾਲ ਭਰਿਆ ਹੋਵੇ, ਜਿੰਨੀ ਇੱਛਾ ਹੁੰਦੀ ਓਨਾ ਦੁਖੀ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਿਤਨੇ ਸ਼ਾਂਤ ਕਿ ਉਹਨਾਂ ਦੇ ਮਨ ਦੇ ਅੰਦਰ, ਚਲੋ ਤਾਂ ਆਪ ਪਰਮੇਸ਼ਰ ਸਨ, ਗੱਲ ਉਦਾਹਰਨ ਮਾਤਰ ਹੈ, ਸਾਡੇ ਸਮਝਣ ਯੋਗ ਹੈ ਕਿ ਉਹਨਾਂ ਦੇ ਅੰਦਰ ਕਿਸੇ ਪਦਾਰਥ ਦੀ ਕੋਈ ਇੱਛਾ ਨਹੀਂ, ਆਪਣੇ ਆਨੰਦ ਦੇ ਵਿੱਚ ਬਿਰਾਜੇ ਨੇ, ਸਭ ਕੁਝ ਆ ਰਹੇ ਹੈ। ਤੇ ਦੂਜੇ ਪਾਸੇ ਬਾਬਾ ਪ੍ਰਿਥੀ ਚੰਦ ਇੱਕ ਟਕੇ ਦਾ ਮੁਤਾਜ ਹੋਈ ਬੈਠਾ ਹੈ, ਅੰਦਰ ਸੰਕਟ ਹੈ, ਘਰਵਾਲੀ ਦਾ ਹਿਰਦਾ ਵੀ ਦੁਖਦਾ ਹੈ ਕਿਉਂਕਿ ਵਾਸ਼ਨਾ ਹੈ, ਸਾਨੂੰ ਗੱਦੀ ਮਿਲੇ, ਸਾਡੇ ਘਰ ਵਿੱਚ ਧਨ ਆਵੇ, ਦੂਜੇ ਦਾ ਨਾਸ਼ ਹੋਵੇ, ਸਾਡਾ ਪਰਿਵਾਰ ਸੁਖੀ ਵਸੇ। ਅਜਿਹੀਆਂ ਵਾਸ਼ਨਾਵਾਂ ਮਨੁੱਖ ਨੂੰ ਗਰਕ ਕਰ ਦਿੰਦੀਆਂ ਹਨ। ਇਸ ਪ੍ਰਕਾਰ ਜਿਹੜੀ ਬੀਬੀ ਕਰਮੋ ਹੈ, ਸੋ ਬ੍ਰਧੈ ਸਦਾ ਕੋ ਕਸ਼ਟ ਨਾਹੇ, ਕਹਿੰਦੀ ਸਾਡੇ ਸ਼ਰੀਕ ਦਿਨ ਪ੍ਰਤ ਦਿਨ ਵੱਧਦੇ ਜਾਂਦੇ ਹਨ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਕਸ਼ਟ ਨਹੀਂ ਹੈ। ਐਸੀ ਬਿਲੋਕ ਮੁਝ ਚਿੰਤ ਹੋਤ, ਇਸ ਤਰ੍ਹਾਂ ਤੁਹਾਨੂੰ ਵੇਖ ਕਰਕੇ ਮੇਰੇ ਚਿੱਤ ਦੇ ਅੰਦਰ ਭਾਰੀ ਚਿੰਤਾ ਹੁੰਦੀ ਹੈ। ਦਿਨ ਰੈਨ ਐਨ ਸੰਕਟ ਉਦੋਤ, ਦਿਨ ਰਾਤ ਮੇਰੇ ਹਿਰਦੇ ਦੇ ਵਿੱਚ ਸੰਕਟ ਪੈਦਾ ਹੁੰਦੇ ਨੇ। ਮੈਂ ਸੋਚਦੀ ਰਹਿੰਦੀ ਆ ਵੀ ਕੀ ਹੋਵੇਗਾ ਸਾਡਾ ਤੇ ਸਾਡੇ ਪੁੱਤ ਪੋਤਰਿਆਂ ਦਾ। ਕਹਿ ਪ੍ਰਿਥਿਆ ਅਬ ਕਹਿ ਦੇਖ ਲਿਓ, ਇਹ ਬਚਨ ਸੁਣ ਕੇ ਪ੍ਰਿਥੀ ਚੰਦ ਕਹਿਣ ਲੱਗਾ, ਇਸ ਵਾਰੀ ਤੂੰ ਵੇਖ ਲਵੀਂ। ਸੁਖ ਹੋਏ ਤੋਏ ਜਿਉ ਮੈਂ ਕਹਿਓ, ਜਿਵੇਂ ਮੈਂ ਤੈਨੂੰ ਕਿਹਾ ਨਾ ਇਸੇ ਤਰ੍ਹਾਂ ਹੋਵੇਗਾ, ਇਹਦੇ ਨਾਲ ਤੈਨੂੰ ਭਾਰੀ ਸੁਖ ਦੀ ਪ੍ਰਾਪਤੀ ਹੋਵੇਗੀ। ਕਿਮ ਸਦਾ ਕਰਤ ਦੰਪਤ ਵਿਚਾਰ, ਇਸ ਤਰ੍ਹਾਂ ਇਹ ਦੰਪਤ ਜੋੜਾ ਬਹਿ ਕੇ ਸਦਾ ਨਿਤ ਖੋਟੀ ਵਿਚਾਰ ਕਰਦਾ ਹੈ। ਕੁਛ ਕਰੇ ਕਪਟ ਮਿਲ ਬਚ ਉਚਾਰ, ਆਪਸ ਵਿੱਚ ਮਿਲ ਕਰਕੇ ਕਪਟ ਭਰੇ ਬਚਨ ਉਚਾਰਦੇ, ਕਪਟ ਭਰੇ ਬਚਨ ਕਰਦੇ ਹਨ। ਨਿਤ ਚਿਤੈ ਖੋਟ ਕਿਮ ਵੈ ਅਨਰਥ, ਇਹ ਆਪਣੇ ਚਿੱਤ ਦੇ ਅੰਦਰ ਖੋਟੀ ਵਿਚਾਰ ਨੂੰ ਚਿਤਵਦੇ ਰਹਿੰਦੇ ਵੀ ਕਿਵੇਂ ਅਨਰਥ ਹੋਵੇ, ਕਿਵੇਂ ਸਾਡੇ ਸ਼ਰੀਕ ਮਿਟ ਜਾਣ। ਨੈ ਕਰਾਮਾਤ ਕੀ ਕੁਛ ਸਮਰੱਥ, ਅੰਦਰ ਕੋਈ ਕਰਾਮਾਤ ਦੀ ਸਮਰੱਥਾ ਨਹੀਂ। ਤੇ ਸਾਧ ਸੰਗਤ ਜਿਹੜਾ ਘਰ ਬਰਕਤਾਂ ਬਖਸ਼ਿਸ਼ਾਂ ਰਹਿਮਤਾਂ ਨਾਲ ਭਰਿਆ ਪਰਮੇਸ਼ਰ ਦਾ ਘਰ ਹੈ, ਉਹਦੇ ਪ੍ਰਤੀ ਹਮੇਸ਼ਾ ਅਨਰਥ ਵਾਲੀ ਬਿਰਤੀ ਧਾਰਨ ਕਰਕੇ ਮਾੜਾ ਸੋਚਦੇ ਹਨ। ਇਤਿ ਅਰਜਨ ਗੁਰ ਸਰਲੈ ਸੁਭਾਏ, ਇਧਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਨਿਰਛਲ ਹਨ, ਜਿਨ੍ਹਾਂ ਦਾ ਸਰਲ ਸੁਭਾਅ ਹੈ। ਉਪਕਾਰ ਕਰਨ ਇੱਕ ਹਿਰਦੈ ਲਿਆਏ, ਜਿਹੜੇ ਸਦਾ ਹੀ ਆਪਣੇ ਹਿਰਦੇ ਵਿੱਚ ਪਰਉਪਕਾਰ ਦੀ ਬਿਰਤੀ ਧਾਰਨ ਕਰਕੇ ਰੱਖਦੇ, ਦੂਜਿਆਂ ਦਾ ਭਲਾ ਹੀ ਸੋਚਦੇ ਹਨ। ਲੋਕਨ ਅਨੇਕ ਕੀ ਕਰਤ ਸ਼ਰੇ, ਅਨੇਕਾਂ ਹੀ ਜੀਵਾਂ ਦੀ ਨਿਤ ਪਾਤਸ਼ਾਹ ਕਲਿਆਣਤਾ ਕਰਦੇ, ਭਲਾ ਕਰਦੇ ਹਨ। ਸਤ ਨਾਮ ਦੇਤ ਕਿਸ ਗਿਆਨ ਦਏ, ਕਿਸੇ ਨੂੰ ਨਾਮ ਦੀ ਦਾਤ ਬਖਸ਼ ਦੇ, ਕਿਸੇ ਨੂੰ ਗਿਆਨ ਦੀ ਦਾਤ ਬਖਸ਼ ਦੇ। ਜੈਸਾ ਕੋਈ ਅਧਿਕਾਰੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਂਦਾ ਹੈ, ਵੈਸੀ ਦਾਤ ਬਖਸ਼ਿਸ਼ ਕਰ ਦਿੰਦੇ। ਨਾਮ ਦੇ ਅਧਿਕਾਰੀ ਨੂੰ ਨਾਮ ਦੀ ਦਾਤ ਦਿੰਦੇ, ਜਿਹੜਾ ਬ੍ਰਹਮ ਗਿਆਨ ਦਾ ਅਧਿਕਾਰੀ ਉਹਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ਦੇ ਹਨ। ਸ਼੍ਰੀ ਹਰਗੋਬਿੰਦ ਆਨੰਦ ਕੰਦ, ਆਨੰਦ ਦੀ ਮੂਲ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ। ਖੇਲਤ ਬਿਰਦੰਤ ਜਿਮ ਦੂਜ ਚੰਦ, ਇਹ ਆਪਣੇ ਗ੍ਰਹਿ ਵਿਖੇ ਖੇਡਦੇ ਨੇ, ਬਾਲ ਲੀਲਾ ਪਾਤਸ਼ਾਹ ਕਰਦੇ। ਸਰੀਰ ਇਸ ਤਰ੍ਹਾਂ ਵੱਧਦਾ ਜਿਵੇਂ ਦੂਜ ਦਾ ਚੰਦਰਮਾ ਵੱਧਦਾ ਹੈ। ਰਿਦ ਬਚਨ ਤੋਤਲੇ ਮੁਖ ਕਹੰਤ, ਆਪਣੇ ਪਾਵਨ ਮੁਖ ਰਾਹੀਂ ਨੇਤੀ ਮਹਾਰਾਜ ਤੋਤਲੇ ਬਚਨ ਕਰਦੇ ਹਨ। ਸੁਨ ਮధుਰ ਸ਼੍ਰੋਣ ਕੋ ਸੁਖ ਦਵੰਤ, ਜਿਨ੍ਹਾਂ ਬਚਨਾਂ ਨੂੰ ਸੁਣ ਕਰਕੇ ਸਰਬ ਜੀਵਾਂ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਤੋਤਲੇ ਬਚਨ ਜੋ ਸਾਰਿਆਂ ਨੂੰ ਸੁਖ ਦੇਣ ਵਾਲੇ ਹਨ, ਜਿਹੜੇ ਜਿਹੜੇ ਸੁਣਦੇ ਨੇ ਉਹ ਪ੍ਰਸੰਨ ਹੋ ਜਾਂਦੇ ਹਨ। ਗੰਗਾ ਆਨੰਦ ਕਰਤੀ ਦੁਲਾਰੇ, ਮਾਤਾ ਗੰਗਾ ਜੀ ਬੜੇ ਆਨੰਦ ਦੇ ਸਹਿਤ ਆਪਣੇ ਪੁੱਤਰ ਨੂੰ ਲਾਡ ਲਡਾਉਂਦੇ ਨੇ, ਦੁਲਾਰ ਕਰਦੇ ਹਨ। ਕਰ ਸੰਗ ਲਾਏ ਸੂੰਗਤ ਲਿਲਾਰੇ, ਮਾਤਾ ਜੀ ਸਤਿਗੁਰਾਂ ਨੂੰ ਗੋਦ ਵਿੱਚ ਲੈ ਕਰਕੇ
ਆਪਣੇ ਸੀਨੇ ਨਾਲ ਲਾ ਕੇ ਬੜੇ ਪ੍ਰੇਮ ਨਾਲ ਪੁੱਤਰ ਦਾ ਮਸਤਕ ਚੁੰਮਦੇ ਹਨ। ਸੁਨ ਬਾਕ ਤੋਤਰੇ ਤ੍ਰਿਪਤ ਹੋਵੇ ਨਾ। ਜਿਉਂ-ਜਿਉਂ ਸਤਿਗੁਰੂ ਤੋਤਲੇ ਬਚਨ ਬੋਲਦੇ ਨੇ ਤੇ ਮਾਤਾ ਗੰਗਾ ਜੀ ਸੁਣ ਸੁਣ ਕੇ ਤ੍ਰਿਪਤ ਨਹੀਂ ਹੁੰਦੇ, ਉਹਨਾਂ ਦੇ ਮਨ ਅੰਦਰ ਹੋਰ ਇੱਛਾ ਪੈਦਾ ਹੁੰਦੀ ਹੈ, ਬਾਰ-ਬਾਰ ਆਪਣੇ ਪੁੱਤਰ ਨੂੰ ਬੋਲਣ ਲਈ ਕਹਿੰਦੇ ਹਨ। ਪੁਨ ਪੁਨ ਬੁਲਾਏ ਸੁੰਦਰ ਸੁਬੈਨ। ਮਾਤਾ ਜੀ ਵਾਰ-ਵਾਰ ਸਤਿਗੁਰਾਂ ਨੂੰ ਸੁੰਦਰ ਬਚਨ ਬੁਲਾਉਂਦੇ ਹਨ। ਮੁਖ ਚੰਦ ਦੇਖ ਕਰ ਨੇ ਅਗਾਏ। ਸਤਿਗੁਰਾਂ ਦਾ ਚੰਦਰਮਾ ਜਿਹਾ ਮੁਖੜਾ ਵੇਖ ਕਰਕੇ ਮਾਤਾ ਜੀ ਦਾ ਹਿਰਦਾ ਰਜਦਾ ਨਹੀਂ। ਪਿਤ ਨਿਕਟ ਗਏ ਚਿਤ ਆਕੁਲਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਆਪਣੇ ਪਿਤਾ ਜੀ ਦੇ ਕੋਲ ਭਾਵ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਚਲੇ ਜਾਂਦੇ। ਜਦੋਂ ਮਾਤਾ ਜੀ ਬਾਰ-ਬਾਰ ਕਹਿੰਦੇ ਵੀ ਬੋਲ ਪੁੱਤਰ, ਉਹਨਾਂ ਦਾ ਤਾਂ ਮਨ ਕਰਦਾ ਵੀ ਪੁੱਤਰ ਤੋਤਲਾ ਬੋਲੇ, ਮੈਨੂੰ ਬਚਨ ਸੁਣਾਵੇ, ਘੁੱਟ ਕੇ ਕਦੀ ਸੀਨੇ ਨਾਲ ਲਾਣਾ, ਕਦੇ ਮਸਤਕ ਚੁੰਮਣਾ। ਤੇ ਮਹਾਰਾਜ ਜੀ ਫਿਰ ਵਿਆਕੁਲ ਹੋ ਜਾਂਦੇ ਨੇ ਤੇ ਚੱਲ ਕੇ ਗੁਰੂ ਅਰਜਨ ਦੇਵ ਸਾਹਿਬ ਦੇ ਕੋਲ ਆ ਜਾਂਦੇ ਹਨ। ਵੋ ਬਾਰ ਪਠਾਵਤ ਨਿਕਟ ਦਾਸ। ਤੇ ਮਾਤਾ ਜੀ ਇਸ ਤਰ੍ਹਾਂ ਫਿਰ ਦਾਸ ਨੂੰ ਸਤਿਗੁਰੂ ਜੀ ਦੇ ਕੋਲ ਭੇਜਦੇ ਹਨ। ਸੁਧ ਸੁਨਤ ਪੁਨੇ ਪੁਨ ਲਿਆਏ ਪਾਸ। ਇਸ ਤਰ੍ਹਾਂ ਖਬਰ ਸੁਣ ਕਰਕੇ ਫਿਰ ਵਾਪਸ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਤਾ ਜੀ ਦੇ ਪਾਸ ਲੈ ਆਉਂਦੇ ਹਨ। ਜਿਮ ਤੇਨ ਵਤਸ ਲਗੂ ਨੇ ਤਜੰਤ। ਕਵੀ ਜੀ ਕਹਿੰਦੇ ਜਿਵੇਂ ਧੇਨ ਗਊ ਛੋਟੇ ਵੱਛੇ ਦਾ ਤਿਆਗ ਨਹੀਂ ਕਰਦੀ, ਤਿਮ ਮਹਾ ਪ੍ਰੀਤ ਦਿਨ ਰੈਨ ਬਿਰਦੰਤ। ਉਹਦੇ ਚਿੱਤ ਦੇ ਅੰਦਰ ਆਪਣਾ ਬੱਚਾ ਹੀ ਹੁੰਦਾ ਹੈ, ਉਹਦਾ ਤਿਆਗ ਨਹੀਂ ਕਰਦੀ, ਉਹਦੇ ਪਾਸ ਰਹਿੰਦੀ ਹੈ। ਇਸੇ ਪ੍ਰਕਾਰ ਮਾਤਾ ਗੰਗਾ ਜੀ ਇੱਕ ਪਲ ਮਾਤਰ ਵੀ ਆਪਣੇ ਪੁੱਤਰ ਨੂੰ ਆਪਣੇ ਤੋਂ ਦੂਰ ਨਹੀਂ ਕਰਦੇ। ਜਦੋਂ ਸਤਿਗੁਰੂ ਜੀ ਦੇ ਪਾਸ ਜਾਂਦੇ ਨਾਲ ਹੀ ਸੇਵਕ ਨੂੰ ਭੇਜ ਕੇ ਵਾਪਸ ਮੰਗਵਾ ਲੈਂਦੇ ਹਨ। ਤਜ ਮਾਤ ਗੋਦ ਕੋ ਨਿਕਸ ਧਾਈ। ਇਸ ਤਰ੍ਹਾਂ ਮਾਤਾ ਜੀ ਦੇ ਅੰਦਰ ਦੀ ਪ੍ਰੀਤ ਦਿਨ ਪ੍ਰਤ ਦਿਨ ਵੱਧਦੀ ਜਾਂਦੀ ਹੈ। ਤਾਂ ਸਤਿਗੁਰੂ ਜੀ ਆਪਣੀ ਮਾਤਾ ਦੀ ਗੋਦ ਨੂੰ ਛੱਡ ਕੇ ਵਿੱਚੋਂ ਨਿਕਲ ਕੇ ਦੌੜ ਜਾਂਦੇ ਹਨ। ਤਬ ਅਲੰਕਾਰ ਮ੍ਰਿਦ ਧੁਨ ਉਠਾਈ। ਜਦੋਂ ਵਿਹੜੇ ਵਿੱਚ ਦੌੜਦੇ ਨੇ ਤੇ ਜਿਹੜੇ ਅਲੰਕਾਰ ਗਹਿਣੇ ਪਹਿਨੇ ਹੋਏ ਨੇ ਉਹਨਾਂ ਦੀ ਧੁਨ ਪੈਦਾ ਹੁੰਦੀ, ਆਵਾਜ਼ ਪੈਦਾ ਹੁੰਦੀ ਹੈ। ਪਗ ਨੂਪਰ ਭੂ ਪਰ ਚਲਤ ਬਾਜ। ਪੈਰਾਂ ਦੇ ਵਿੱਚ ਜਿਹੜੇ ਨੂਪਰ ਧਾਰਨ ਕੀਤੇ ਨੇ, ਜਦੋਂ ਪਾਤਸ਼ਾਹ ਧਰਤੀ ਉੱਪਰ ਦੌੜਦੇ ਨੇ ਚਰਨ ਧਰਤੀ ਨਾਲ ਵੱਜਦੇ, ਉਹਨਾਂ ਦੀ ਆਵਾਜ਼ ਪੈਦਾ ਹੁੰਦੀ ਹੈ। ਕਟ ਕਿੰਕਨ ਕੰਚਨ ਬਰ ਬਿਰਾਜ। ਸ੍ਰੇਸ਼ਟ ਜਿਹੜੀ ਤੜਾਗੀ ਹੈ ਮਹਾਰਾਜ ਜੀ ਦੀ ਕਮਰ ਦੇ ਨਾਲ ਸ਼ੋਭਦੀ ਹੈ। ਹੀਰਨ ਜਰਾਓ ਕਰ ਕਟਕ ਸ਼ੋਭ। ਹੱਥਾਂ ਦੇ ਵਿੱਚ ਹੀਰਿਆਂ ਨਾਲ ਜੜਤ ਕੜੇ ਸ਼ੋਭਾ ਪਾਉਂਦੇ ਹਨ। ਤੁਧਿ ਦੇਖ ਰੁਚਰ ਜਿਸ ਕੇ ਨਾ ਲੋਭ। ਸੁੰਦਰ ਕੜਿਆਂ ਦੀ ਸ਼ੋਭਾ ਨੂੰ ਵੇਖ ਕਰਕੇ ਕਿਹਦਾ ਮਨ ਲੁਭਾਏ ਮਾਨ ਨਹੀਂ ਹੁੰਦਾ। ਇਤਨੇ ਸੁੰਦਰ ਹਨ, ਵੇਖ ਕੇ ਸਭ ਦਾ ਮਨ ਲੋਭਿਤ ਹੋ ਜਾਂਦਾ ਹੈ। ਵਿੱਚ ਅਜਰ ਚਾਰੂ ਧੂਰਤ ਫਿਰੰਤ। ਇਸ ਤਰ੍ਹਾਂ ਘਰ ਦੇ ਸੋਹਣੇ ਵਿਹੜੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਇੱਧਰ ਉੱਧਰ ਦੌੜੇ ਫਿਰਦੇ ਹਨ। ਸਿਰ ਸੀਸ ਫੂਲ ਸੁੰਦਰ ਸੁਭੰਤ। ਇਸ ਦੇ ਉੱਪਰ ਸੋਹਣਾ ਸੀਸ ਫੁੱਲ ਨਾਮ ਦਾ ਗਹਿਣਾ ਸ਼ੋਭਾ ਪਾਉਂਦਾ ਹੈ। ਸੂਖਮ ਸੁਚੀਰ ਗਰ ਪੀਤ ਰੰਗ। ਗਲ ਦੇ ਵਿੱਚ ਸੂਖਮ ਮਹੀਨ ਬਰੀਕ ਬਸਤਰ ਪੀਲੇ ਰੰਗ ਦਾ ਧਾਰਨ ਕੀਤਾ ਹੋਇਆ ਹੈ। ਕੋਟਾ ਸੁਲਾਗ ਸਭ ਕੋਰ ਸੰਗ। ਇਹਦੀਆਂ ਸਾਰੀਆਂ ਕੋਰਾਂ ਦੇ ਨਾਲ ਗੋਟਾ ਲੱਗਿਆ ਹੋਇਆ ਹੈ। ਚਮਕੇ ਸੁਫੂਲ ਤਿਸ ਕੇ ਬਣਾਏ। ਉਸ ਬਸਤਰ ਦੇ ਉੱਪਰ ਗੋਟੇ ਦੇ ਬਣਾਏ ਹੋਏ ਫੁੱਲ ਚਮਕਦੇ ਹਨ। ਕਰ ਕੰਧ ਜੁਗਲ ਪਰ ਬਹੁ ਸੁਹਾਏ। ਮਹਾਰਾਜ ਜੀ ਦੇ ਦੋਹਾਂ ਮੋਢਿਆਂ ਦੇ ਉੱਪਰ ਇਹ ਸੁੰਦਰ ਜਿਹੜਾ ਬਸਤਰ ਸ਼ੋਭਾ ਪਾਉਂਦਾ ਹੈ। ਮਧੁਰੇ ਸੁਬੋਲ ਕ੍ਰੀੜਾ ਕਰੰਤ। ਇਸ ਤਰ੍ਹਾਂ ਮਿੱਠੇ ਬਚਨ ਬੋਲ ਬੋਲ ਕੇ ਮਹਾਰਾਜ ਨੇਤੀ ਕਰਿਆ ਕਰਦੇ ਹਨ, ਕੋਤਕ ਕਰਦੇ ਹਨ। ਜੋ ਕਰੇ ਦਰਸ ਉਰ ਮੁਦ ਤਰੰਤ। ਜਿਹੜਾ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦੀਦਾਰ ਕਰਦਾ, ਉਹਦੇ ਮਨ ਦੇ ਅੰਦਰ ਖੁਸ਼ੀ ਆਨੰਦ ਪ੍ਰਸੰਨਤਾ ਪੈਦਾ ਹੋ ਜਾਂਦੀ ਹੈ। ਤਨ ਗੋਰ ਰੰਗ ਲੋਚਨ ਵਿਸ਼ਾਲ। ਮਹਾਰਾਜ ਜੀ ਦੇ ਤਨ ਦਾ ਗੋਰਾ ਰੰਗ ਇਸ ਤਰ੍ਹਾਂ ਜਾਣੋ ਵੀ ਜਿਵੇਂ ਕੰਚਨ ਦਾ ਸੋਹਣਾ ਰੰਗ ਹੁੰਦਾ ਨਾ, ਕੰਚਨ ਵਾਂਗੂ ਮਹਾਰਾਜ ਜੀ ਦਾ ਤਨ ਜਿਹੜਾ ਉਹ ਸ਼ੋਭਦਾ ਹੈ, ਸੁੰਦਰ ਲੱਗਦਾ ਹੈ।
ਤੇ ਨੇਤਰ ਜਿਹੜੇ ਉਹ ਚੌੜੇ ਸ਼ੋਭਦੇ ਹਨ। ਅਰਬਿੰਦ ਪਾਂਖਰੀ ਸੇਤ ਲਾਲ, ਇਸ ਪ੍ਰਕਾਰ ਫੁੱਲ ਦੀਆਂ ਕਹਿੰਦੇ ਪੰਖੜੀਆਂ ਲਾਲ ਰੰਗ ਦੀਆਂ ਸ਼ੋਭਾ ਪਾਉਂਦੀਆਂ ਹਨ। ਪੁਜ ਹੈ ਪ੍ਰਲੰਬ ਕੰਦੇ ਉਤੰਗ, ਰਾਜ ਸੱਚੇ ਪਾਤਸ਼ਾਹ ਜੀ ਦੀਆਂ ਬਾਹਾਂ ਜਿਹੜੀਆਂ ਉਹ ਲੰਬੀਆਂ ਗੋਡਿਆਂ ਤਾਈਂ ਤੇ ਮੋਢੇ ਉੱਚੇ ਹਨ। ਬਰਸੋ ਮਿਲ ਆਂਗੂਰੀ ਨਖ ਸੁਰੰਗ, ਹੱਥਾਂ ਦੀਆਂ ਜਿਹੜੀਆਂ ਉਂਗਲੀਆਂ ਉਹ ਬਿਲਕੁਲ ਇੱਕੋ ਜੀਆਂ ਬਰਾਬਰ ਤੇ ਜਿਨ੍ਹਾਂ ਉੱਪਰ ਮੋਤੀਆਂ ਜਿਹੇ ਸੁੰਦਰ ਨਖ ਨੂੰ ਸ਼ੋਭਾ ਪਾਉਂਦੇ ਹਨ। ਮੁਖ ਮੰਡਲ ਪਰ ਕੁੰਡਲ ਡੁਲੰਤ, ਮੁਖ ਮੰਡਲ ਦੇ ਉੱਪਰ ਕੁੰਡਲ ਸ਼ੋਭਾ ਪਾਉਂਦੇ ਹਨ। ਸੁੰਦਰ ਸੁਕੇਸ ਮੇਚਕ ਸੁਬੰਤ, ਇਸਦੇ ਜਿਹੜੇ ਕੇਸ ਕਾਲੇ ਰੰਗ ਦੇ ਬੜੇ ਸੁੰਦਰ ਸ਼ੋਭਦੇ ਹਨ। ਨਿਤ ਪ੍ਰਤ ਨਵੀਨ ਇਮ ਵੈ ਆਨੰਦ, ਇਸ ਤਰ੍ਹਾਂ ਨਿਤ ਪ੍ਰਤ ਨਵੇਂ ਤੋਂ ਨਵਾਂ ਭਾਰੀ ਆਨੰਦ ਪ੍ਰਾਪਤ ਹੁੰਦਾ ਹੈ। ਬਿਤ ਗਏ ਦਿਉਸ ਤਨ ਵੈ ਬਿਲੰਦ, ਇਸ ਤਰ੍ਹਾਂ ਸਾਧ ਸੰਗਤ ਜੀ ਕੁਝ ਦਿਨਾਂ ਦਾ ਸਮਾਂ ਬਤੀਤ ਹੋਇਆ। ਸਮੇਂ ਤੋਂ ਦਿਨਾਂ ਤੋਂ ਮਹੀਨੇ, ਮਹੀਨੇ ਤੋਂ ਸਾਲ ਬਤੀਤ ਹੋ ਗਏ, 5 ਬਰਖ ਦੇ ਹੋ ਗਏ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਸਰੀਰ ਦੇ ਵਿੱਚ ਚੇਚਕ ਦੀ ਬਿਮਾਰੀ ਨਿਕਲੀ। ਤੋ ਨੇਤਰ ਪ੍ਰਗਾਸ਼ ਕੀਆ ਗੁਰਦੇਵ, ਜਿਵੇਂ ਰਹਿਮਤਾਂ ਵਰਤਾਉਣਗੇ ਗੁਰੂ ਅਰਜਨ ਦੇਵ ਜੀ ਮਹਾਰਾਜ। ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾ ਨਰੋਆ। ਇਹ ਪ੍ਰਕਰਨ ਆਪਾਂ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ, ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਉ ਇਹੋ, ਨਾਨਕ ਚਾਉ ਇਹੋ, ਨਾਨਕ ਚਾਉ ਏਓ, ਨਾਨਕ ਚਾਉ ਏਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਬਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਕੈ ਸਦਾ ਬਬੇਕ, ਹੇ ਅਪਰੰਪਰ ਹਰ ਹਰੇ ਹੈ ਪੀਓਣ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸੁਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਈ।
ਹੋਏ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ। ਏਕ ਅਖਰ ਹਰ ਮਨ ਬਸਤ ਨਾਨਕ ਓਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰਿ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰਿ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।